ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ ਦੇਖ ਰਹੇ तमाम ਦਰਸ਼ਕਾਂ ਦਾ ਵਿਊਵਰ ਦਾ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਮੈਂ ਗਗਨਦੀਪ ਸਿੰਘ ਅਨੰਦਪੁਰੀ ਪਿਆਰ ਸਤਿਕਾਰ ਦੇ ਨਾਲ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਇੱਕ ਵਾਰ ਜਿਹੜਾ ਆ ਫਿਰ ਤੋਂ ਸਵਾਗਤ ਹੈ। ਮੁੜ ਤੋਂ ਲੈ ਕੇ ਹਾਜ਼ਰ ਹੋ ਗਿਆ ਸੀ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ ਤੇ ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਨੂੰ ਵੀ ਖਤਮ ਕੀਤਾ ਹੈ। ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਅਸੀਂ ਤੁਹਾਨੂੰ ਇਤਿਹਾਸ ਸੰਬੰਧੀ ਸਿਹਤ ਸੰਬੰਧੀ ਜ਼ਰੂਰੀ ਜਾਣਕਾਰੀਆਂ ਜਾਂ ਪੰਜਾਬ ਦੇ ਵਿੱਚ ਸਰਗਰਮੀਆਂ ਦੇਸ਼ ਵਿਦੇਸ਼ ਦੀਆਂ ਘਟਨਾਵਾਂ ਜਿਹੜੀਆਂ ਉਹ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਨੇ ਅਸੀਂ ਸਾਂਝੀਆਂ ਕਰਦੇ ਹਾਂ। ਤੇ ਆਓ ਅਸੀਂ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਅੱਜ ਦੇ ਦਿਨ ਦੀ ਗੱਲ ਕਰੂੰਗਾ ਕਿ ਅੱਜ ਦਾ ਦਿਨ ਮੰਗਲਵਾਰ ਜਿਹੜਾ ਆ 12 ਅਪ੍ਰੈਲ 2022 ਤੇ ਜੇ ਅਸੀਂ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ 30 ਚੇਤ ਨਾਨਕਸ਼ਾਹੀ 554 ਸੰਮਤ। ਤੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹੀ ਜਿਹੜੀ ਆਪਣੇ ਵਿਊਵਰਸ ਨੂੰ ਰਿਕੁਐਸਟ ਕਰਦੇ ਹਾਂ ਕਿ ਅਗਰ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੇ ਸਾਨੂੰ ਕਾਲ ਦੇ ਨਾਲ ਜਿਹੜਾ ਆ ਸੰਪਰਕ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਪਰ ਜਦੋਂ ਜਿਹੜਾ ਆ ਬ੍ਰੇਕ ਦਾ ਸਮਾਂ ਹੋਏਗਾ ਉਸ ਤੋਂ ਬਾਅਦ ਚੋਂ ਪਹਿਲਾਂ ਅਸੀਂ ਜਿਹੜਾ ਆ ਹੈਲਥ ਸੰਬੰਧੀ ਭਰਪੂਰ ਜਾਣਕਾਰੀਆਂ ਨਾਲ ਜਿਹੜੀ ਆ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਰ ਇਤਿਹਾਸ ਦੇ ਵਿੱਚ ਸਾਂਝ ਪਾਵਾਂਗੇ ਤੇ ਫਿਰ ਜਿਹੜਾ ਆ ਤੁਸੀਂ ਸਾਡੇ ਜਿਹੜਾ ਆ ਨਾਲ ਜਿਹੜਾ ਆ ਸੰਪਰਕ ਕਰ ਸਕਦੇ ਹੋ ਬ੍ਰੇਕ ਤੋਂ ਬਾਅਦ। ਤੇ ਅੱਜ ਦਾ ਅਸੀਂ ਜਿਹੜਾ ਆ ਹੈਲਥ ਸੰਬੰਧੀ ਜਿਹੜੀਆਂ ਜਾਣਕਾਰੀਆਂ ਅਸੀਂ ਲੈਣੀਆਂ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਹੈਲਥ ਟਿਪਸ ਲੈਣੇ ਨੇ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਘਰੇਲੂ ਛੋਟੇ ਨੁਸਖੇ ਨੇ ਜਿਵੇਂ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਪੇਟ ਸੰਬੰਧੀ ਜਾਣਕਾਰੀਆਂ ਲਈਆਂ। ਸਾਡੇ ਲਈ ਦਾਲਾਂ ਕਿਵੇਂ ਲਾਭਦਾਇਕ ਨੇ, ਸਾਡੇ ਲਈ ਸਰੀਰਕ ਕਸਰਤ ਜਿਹੜੀ ਆ ਜਿੱਥੇ ਸਾਡੇ ਲਈ ਉਹ ਫਾਇਦੇਮੰਦ ਹੁੰਦੀ ਆ ਉੱਥੇ ਉਹਦਾ ਨੁਕਸਾਨ ਵੀ ਜਿਹੜਾ ਆ ਸਾਨੂੰ ਕਿਤੇ ਨਾ ਕਿਤੇ ਜਿਹੜਾ ਆ ਹੋ ਸਕਦਾ ਆ, ਜਾਂ ਸਾਨੂੰ ਕਿਸ ਤਰ੍ਹਾਂ ਸੋਣਾ ਚਾਹੀਦਾ ਆ, ਅਗਰ ਸਾਨੂੰ ਚੱਕਰ ਆਉਂਦੇ ਨੇ ਤਾਂ ਸਾਨੂੰ ਉਹਦੇ ਲਈ ਕੀ ਕਰਨਾ ਚਾਹੀਦਾ ਆ। ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਦੇਖਾਂਗੇ ਅਜਿਹਾ ਹੀ ਕੁਝ ਕਿ ਅੱਜ ਦੇ ਵੀਡੀਓ ਦੇ ਵਿੱਚ ਸਾਨੂੰ ਕੀ ਜਿਹੜਾ ਆ ਇੱਦਾਂ ਦੀ ਸਾਵਧਾਨੀ ਕੀ ਇੱਦਾਂ ਦਾ ਜਿਹੜਾ ਹੈਲਥ ਟਿਪਸ ਜਾਂ ਜਿਹੜਾ ਦੇਸੀ ਨੁਕਸਾ ਦੇਖਣ ਨੂੰ ਮਿਲੇਗਾ। ਤੇ ਆਓ ਦੇਖਦੇ ਹਾਂ ਇੱਕ ਛੋਟਾ ਜਿਹਾ ਵੀਡੀਓ ਤੇ ਉਸ ਤੋਂ ਬਾਅਦ ਅਸੀਂ ਕਰਾਂਗੇ ਗੱਲਬਾਤ ਉਸ ਵੀਡੀਓ ਬਾਰੇ। ਹੁਣ ਨਜ਼ਰ ਮਾਰਦੇ ਹਾਂ ਸਿਹਤ ਸੰਬੰਧੀ ਜਾਣਕਾਰੀ ਬਾਰੇ। ਅੱਜ ਅਸੀਂ ਗੱਲ ਕਰਾਂਗੇ ਗਰਮੀਆਂ ਵਿੱਚ ਵੱਧ ਸਕਦੀ ਹੈ ਨੱਕ ਵਿੱਚ ਖੂਨ ਆਉਣ ਦੀ ਸਮੱਸਿਆ ਤੇ ਇਹਨਾਂ ਆਸਾਨ ਤਰੀਕਿਆਂ ਨਾਲ ਬਚਾਅ ਕਰ ਸਕਦੇ ਹੋ। ਗਰਮੀਆਂ ਆਉਂਦੇ ਹੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਸਮ ਵਿੱਚ ਲੋਕਾਂ ਨੂੰ ਹੀਟ ਸਟ੍ਰੋਕ, ਡੀਹਾਈਡਰੇਸ਼ਨ ਤੇ ਨੱਕ 'ਚੋਂ ਖੂਨ ਆਉਣ ਵਰਗੀਆਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਨੱਕ ਵਿੱਚੋਂ ਖੂਨ ਵਗਣ ਨੂੰ ਨੱਕ ਵਗਣਾ ਵੀ ਕਿਹਾ ਜਾਂਦਾ ਹੈ। ਕੁਝ ਲੋਕਾਂ ਨੂੰ ਸਮੱਸਿਆ ਗਰਮ ਚੀਜ਼ਾਂ ਖਾਣ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਨੱਕ 'ਚੋਂ ਵਾਰ-ਵਾਰ ਖੂਨ ਵਗਣਾ ਠੀਕ ਨਹੀਂ ਤਾਂ ਆਓ ਜਾਣਦੇ ਹਾਂ ਇਸ ਦੇ ਕਾਰਨ। ਨੱਕ ਵਿੱਚੋਂ ਖੂਨ ਵਗਣ ਨੂੰ ਨੱਕ ਵਗਣਾ ਵੀ ਕਿਹਾ ਜਾਂਦਾ ਹੈ। ਕੁਝ ਲੋਕਾਂ ਨੂੰ ਸਮੱਸਿਆ ਗਰਮ ਚੀਜ਼ਾਂ ਖਾਣ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਨੱਕ 'ਚੋਂ ਵਾਰ-ਵਾਰ ਖੂਨ ਵਗਣਾ ਠੀਕ ਨਹੀਂ ਤਾਂ ਆਓ ਜਾਣਦੇ ਹਾਂ ਇਸ ਦੇ ਕਾਰਨ। ਖੁਸ਼ਕ ਹਵਾ। ਨੱਕ ਵਿੱਚ ਖੂਨ ਵਗਣ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਸੁੱਕੀ ਹਵਾ ਹੈ। ਇਹ ਖੂਨ ਦੀਆਂ ਨਾੜੀਆਂ ਗਰਮੀ ਕਾਰਨ ਫੈਲ ਜਾਂਦੀਆਂ ਹਨ। ਇਸ ਤੋਂ ਇਲਾਵਾ ਨੱਕ ਦੀ ਖੁਸ਼ਕੀ ਨੂੰ ਰੋਕਣ ਲਈ ਕਿਸੇ ਨੂੰ ਹਾਈਡਰੇਟਿਡ ਰਹਿਣ ਤੇ ਬਹੁਤ ਸਾਰੇ ਤਰਲ ਪਦਾਰਥ ਪੀਣ ਦੀ ਲੋੜ ਹੁੰਦੀ ਹੈ। ਸਾਈਨਸਾਈਟਿਸ ਸਾਈਨਸ ਦੀ ਇੱਕ ਸੋਜਸ਼ ਹੈ ਜੋ ਨੱਕ ਦੀ ਝਿੱਲੀ ਵਿੱਚ ਖੁਸ਼ਕਤਾ ਦਾ ਕਾਰਨ ਬਣਦੀ ਹੈ ਤੇ ਨੱਕ ਵਗਣ ਦਾ ਕਾਰਨ ਬਣਦੀ ਹੈ। ਇਹ ਸਮੱਸਿਆ ਵਾਇਰਲ ਜਾਂ ਬੈਕਟੀਰੀਅਲ ਇਨਫੈਕਸ਼ਨ ਕਾਰਨ ਵੀ ਹੁੰਦੀ ਹੈ। ਜ਼ੁਕਾਮ ਵੀ ਨੱਕ ਵਗਣ ਦੇ ਕਈ ਕਾਰਨਾਂ ਵਿੱਚੋਂ ਇੱਕ ਹੈ। ਜ਼ੁਕਾਮ ਨੱਕ ਦੀ ਪਰਤ ਵਿੱਚ ਜਲਨ ਪੈਦਾ ਕਰਕੇ ਨੱਕ ਵਗਣ ਦਾ ਖਤਰਾ ਕਾਫੀ ਹੱਦ ਤੱਕ ਵਧਾ ਦਿੰਦਾ ਹੈ। ਨਾਰਕੋਲੇਪਸੀ ਦੀ ਸਮੱਸਿਆ ਆਮ ਤੌਰ ਤੇ ਜ਼ਿਆਦਾ ਗਰਮੀ ਦੇ ਸੰਪਰਕ ਵਿੱਚ ਆਉਣ, ਮਸਾਲੇਦਾਰ ਜਾਂ ਗਰਮ ਮਿਰਚਾਂ ਵਾਲਾ ਭੋਜਨ ਖਾਣ, ਨੱਕ ਵਿੱਚ ਸੱਟ ਲੱਗਣ ਤੇ ਜ਼ੁਕਾਮ ਦੇ ਵਿਗੜ ਜਾਣ ਕਾਰਨ ਹੁੰਦੀ ਹੈ। ਸਿਰ ਵਿੱਚ ਚੱਕਰ ਆਉਣਾ, ਬੇਹੋਸ਼ ਹੋਣਾ ਜਾਂ ਭਾਰਾ ਮਹਿਸੂਸ ਹੋਣਾ ਆਮ ਗੱਲ ਹੈ। ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਪਣੇ ਆਪ ਨੂੰ ਤੁਸੀਂ ਗਰਮੀ ਤੋਂ ਕਿਵੇਂ ਬਚਾਓ। ਸਿੱਧੀ ਧੁੱਪ ਵਿੱਚ ਜਾਣ ਤੋਂ ਬਚੋ। ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਆਪਣੇ ਸਿਰ ਨੂੰ ਸਕਾਰਫ ਨਾਲ ਢੱਕੋ ਜਾਂ ਛਤਰੀ ਦੀ ਵਰਤੋਂ ਕਰੋ। ਗਰਮੀਆਂ ਦੇ ਮੌਸਮ ਵਿੱਚ ਸਰੀਰ ਵਿੱਚ ਆਸਾਨੀ ਨਾਲ ਪਾਣੀ ਦੀ ਕਮੀ ਹੋ ਜਾਂਦੀ ਹੈ, ਇਸ ਲਈ ਖੂਬ ਪਾਣੀ ਪੀਓ ਤਾਂ ਜੋ ਡੀਹਾਈਡਰੇਸ਼ਨ ਨਾ ਹੋਵੇ। ਆਪਣਾ ਖਾਣ ਪੀਣ ਦਾ ਖਾਸ ਧਿਆਨ ਰੱਖੋ। ਪੌਸ਼ਟਿਕ ਭੋਜਨ ਖਾਓ ਤੇ ਫਲ ਤੇ ਹਰੀ ਸਬਜ਼ੀਆਂ ਜ਼ਿਆਦਾ ਖਾਓ। ਇਹ ਸਨ ਸਿਹਤ ਸੰਬੰਧੀ ਕੁਝ ਜਾਣਕਾਰੀਆਂ। ਅਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਕਿ ਗਰਮੀਆਂ ਤੋਂ ਸਾਨੂੰ ਕਿਵੇਂ ਬਚਾਅ ਕਰਨਾ ਚਾਹੀਦਾ ਆ, ਸਾਨੂੰ ਕਿਸ ਤਰ੍ਹਾਂ ਦੇ ਕੱਪੜੇ ਜਿਹੜੇ ਪਾਉਣੇ ਚਾਹੀਦੇ ਆ, ਸਾਨੂੰ ਪਾਣੀ ਕਿਸ ਤਰ੍ਹਾਂ ਜਿਹੜਾ ਆ ਪੀਣਾ ਚਾਹੀਦਾ ਆ, ਗਰਮੀਆਂ ਦੇ ਵਿੱਚ ਜਿਹੜੀਆਂ ਖਾਸ ਗੱਲਾਂ ਜਿਹੜੀਆਂ ਹੋਰ ਕਿਹੜੀਆਂ ਜਿਹੜੀਆਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ। ਤੇ ਆਓ ਅਸੀਂ ਹੁਣ ਜਿਹੜਾ ਮੈਂ ਆਪਣੇ ਸਾਥੀ ਰੂਹੀ ਗਰੋਵਰ ਜੀ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਹਾਜ਼ਰ ਕਰਦਾ, ਜੋ ਮੇਰੇ ਨਾਲ ਹੀ ਜਿਹੜੇ ਬੈਠੇ ਨੇ ਕਾਫੀ ਦੇਰ ਤੋਂ ਇੰਤਜ਼ਾਰ ਕਰਦੇ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਨਾਲ, ਤੁਹਾਡੇ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਕਰਨ, ਆਪਣੇ ਵੀ ਉਹਨਾਂ ਨੇ ਜਿਹੜੇ ਵਿਚਾਰ ਸਾਂਝੇ ਕਰਨੇ ਨੇ। ਤੇ ਆਓ ਅਸੀਂ ਜਿਹੜਾ ਰਲ ਕੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਜਿਹੜੀ ਗੱਲਬਾਤ ਜਿਹੜੀ ਗਰਮੀਆਂ ਦੇ ਉੱਤੇ ਵੀ ਜਿਹੜੀ ਆ ਉਹ ਅਸੀਂ ਉਸ ਨੂੰ ਜਿਹੜਾ ਆ ਬਰਕਰਾਰ ਰੱਖਾਂਗੇ। हाँ जी जी सत श्री अकाल जी। गुड मॉर्निंग संगत देख रहे सारे दर्शकों का बहुत बहुत स्वागत है। ਤੁਹਾਡੇ ਨਾਲ मैं ਹਾਂ ਰੂਹੀ ਗਰੋਵਰ ਤੇ
ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਜਿਵੇਂ ਕਿ ਅਸੀਂ ਅਪੀਲ ਕਰਦੇ ਹੁੰਦੇ ਆ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ ਵਿੱਚ ਇੱਥੇ ਲਾਈਵ ਜੁੜਨਾ ਚਾਹੁੰਦੇ ਨੇ, ਆਪਣੇ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ, ਆਪਣੇ ਕੋਈ ਐਕਸਪੀਰੀਐਂਸਿਸ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਨੇ, ਕੋਈ ਸਵਾਲ ਪੁੱਛਣਾ ਚਾਹੁੰਦੇ ਨੇ, ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਨੇ ਜਾਂ ਕੋਈ ਇਹੋ ਜਿਹੀ ਜਾਣਕਾਰੀ ਜੋ ਸਾਡੇ ਤੋਂ ਮਿਸ ਹੋ ਗਈ ਜਾਂ ਫਿਰ ਗਲਤ ਦਿੱਤੀ ਗਈ ਉਹਨੂੰ ਕੰਪਲੀਟ ਕਰਨਾ ਚਾਹੁੰਦੇ ਨੇ ਜਾਂ ਫਿਰ ਠੀਕ ਕਰਨਾ ਚਾਹੁੰਦੇ ਨੇ, ਤਾਂ ਥੱਲੇ ਸਕਰੀਨ ਤੇ ਦਿੱਤੇ ਨੰਬਰ 'ਤੇ ਸਾਨੂੰ ਕੰਟੈਕਟ ਕਰ ਸਕਦੇ ਹੋ, ਲੇਕਿਨ ਇਤਿਹਾਸ ਨੂੰ ਸੁਣਾਉਣ ਤੋਂ ਬਾਅਦ ਜਾਂ ਫਿਰ ਕਹਿ ਲਓ ਕਿ ਬ੍ਰੇਕ ਤੋਂ ਬਾਅਦ। ਤੇ ਅੱਜ ਦੇ ਇਤਿਹਾਸ ਵਿੱਚ ਗਗਨ ਜੀ ਕੀ ਹੈ ਖਾਸ? ਹਾਂਜੀ ਬਿਲਕੁਲ ਜੀ। ਤੇ ਮੈਂ ਰੋਹਿਤ ਜੀ ਉਹੀ ਗੱਲ ਕਰਦਾ ਸੀਗਾ, ਆਪਣੇ ਜਿਹੜਾ ਆ ਗਰਮੀਆਂ ਦਾ ਜਿਹੜਾ ਆ ਮੌਸਮ ਸ਼ੁਰੂ ਹੋ ਗਿਆ ਆ, ਤੇ ਜਿਹੜਾ ਆ ਇੱਥੇ ਪੰਜਾਬ ਦੇ ਵਿੱਚ ਜਿਹੜਾ ਅਪ੍ਰੈਲ ਦਾ ਮਹੀਨਾ ਆ, ਇਹ ਜਿਹੜਾ ਆ 1 ਅਪ੍ਰੈਲ ਤੋਂ ਜਿਹੜਾ ਆ ਤੇ ਕੁਝ ਕੁ ਪਹਿਲਾਂ ਜਿਹੜਾ ਆ ਕਣਕਾਂ ਦੀਆਂ ਵਾਢੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ, ਕਾਫੀ ਗਰਮੀ ਦਾ ਮਾਹੌਲ ਹੈ। ਤੇ ਪਿੱਛੇ ਜੇ ਜਿਹੜਾ ਆ ਕਿਸਾਨਾਂ ਦੀ ਗੱਲਬਾਤ ਇਹ ਵੀ ਕੀਤੀ ਗਈ ਸੀਗੀ, ਮਤਲਬ ਇਹ ਗੱਲਬਾਤ ਵੀ ਚੱਲਦੀ ਸੀਗੀ ਕਿ ਜਿਹੜਾ ਆ ਕਣਕ ਜਨਵਰੀ ਦੇ 15 ਦਿਨ ਜਿਹੜੇ ਨੇ, ਜਨਵਰੀ ਦੇ 15 ਦਿਨ ਯਾਨੀ ਕਿ ਨਵੇਂ ਸਾਲ ਤੋਂ ਲੈ ਕੇ 15 ਦਿਨ ਤੱਕ ਲਗਾਤਾਰ ਜਿਹੜੀ ਆ ਬਾਰਿਸ਼ ਹੁੰਦੀ ਰਹੀ ਆ, ਉਹਦੇ ਕਰਕੇ ਜਿਹੜਾ ਆ ਕਾਫੀ ਫਸਲ ਦਾ ਨੁਕਸਾਨ ਹੋਇਆ ਆ। ਕਈ ਥਾਵਾਂ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਡੀਆਂ ਨੇ ਉਹਨਾਂ ਦੇ ਵਿੱਚੋਂ ਕਣਕ ਚੁੱਕਣ ਵਾਲੇ ਵੀ ਜਿਹੜੇ ਆ ਉਹ ਕਾਫੀ ਜਿਹੜੇ ਨੇ ਉਹ ਪਰੇਸ਼ਾਨ ਨੇ। ਉਹ ਕਹਿ ਰਹੇ ਨੇ ਕਿ ਕਣਕ ਜਿਹੜੀ ਆ ਉਹ ਕਾਫੀ ਪਤਲੀ ਆ ਤੇ ਅਸੀਂ ਜਿਹੜਾ ਆ ਇਸ ਦਾ ਮੁੱਲ ਜਿਹੜਾ ਆਪਣੇ ਪੱਲਿਆਂ ਤੋਂ ਨਹੀਂ ਦੇ ਸਕਦੇ। ਸਰਕਾਰਾਂ ਜਿਹੜੀਆਂ ਜਾਂ ਸੈਂਟਰ ਦੀ ਸਰਕਾਰ ਹੈ ਜਾਂ ਜਿਹੜੀ ਪੰਜਾਬ ਸਰਕਾਰ ਹੈ ਸਾਡੇ ਤੋਂ ਜਿਹੜੀ ਆ ਖਰੀਦ ਨਹੀਂ ਕਰ ਚੁੱਕੀ। ਉੱਥੇ ਜਿਹੜੇ ਕਿਸਾਨ ਵੀ ਦੁਖੀ ਨੇ ਤੇ ਜਿਹੜੇ ਆੜਤੀਏ ਵੀ ਦੁਖੀ ਨੇ। ਚਲੋ ਖੈਰ, ਸਾਡਾ ਇਹ ਜਿਹੜਾ ਅੱਜ ਦਾ ਸਾਡਾ ਮਸਲਾ ਨਹੀਂ ਸੀਗਾ, ਵਿਚਾਰ ਮੈਂ ਕਰ ਰਿਹਾ ਸੀਗਾ ਗਰਮੀ ਤੇ ਗਰਮੀ ਹੁਣ ਜਿਹੜੀ ਹੈ ਇੱਕਦਮ ਵਧੀਆ ਤੇ ਜਿਹਦੇ ਕਰਕੇ ਜਿਹੜਾ ਆ ਕਣਕ ਤੇ ਵੀ ਜਿਹੜਾ ਅਸਰ ਪਿਆ ਆ ਜਾਂ ਸਾਡੇ ਨਿੱਜੀ ਜੀਵਨ ਤੇ ਵੀ ਅਸਰ ਪਿਆ ਆ। ਜਿਹੜੀ ਗਰਮੀ ਸਾਨੂੰ ਜੂਨ ਜੁਲਾਈ ਦੇ ਵਿੱਚ ਜਿਹੜੀ ਆ ਸਾਨੂੰ ਦੇਖਣ ਨੂੰ ਮਿਲਦੀ ਸੀ, ਉਹ ਸਾਨੂੰ ਹੁਣੇ ਜਿਹੜੀ ਆ ਤਪਸ਼ ਉਹ ਮਹਿਸੂਸ ਕਰਨ ਜਿਹੜੀ ਅਸੀਂ ਉਹ ਕਰਦੇ ਆ। ਜੇ ਕੱਲ ਵੀ ਜੇ ਟੈਂਪਰੇਚਰ ਦੀ ਗੱਲ ਕਰੀ, ਕੱਲ ਦੁਪਹਿਰ ਵੇਲੇ 45 ਪਾਰ ਕਰ ਚੁੱਕਿਆ ਸੀ ਟੈਂਪਰੇਚਰ। ਬਿਲਕੁਲ ਜੀ ਬਿਲਕੁਲ। ਜਿਹੜਾ ਆ 40-45 ਤਾਂ ਰੂਹੀ ਜੀ ਹੁਣ ਆਮ ਹੀ ਜਿਹੜਾ ਆ ਰਹਿਣ ਲੱਗ ਗਿਆ ਆ। ਪਹਿਲੋਂ ਹੁੰਦਾ ਸੀਗਾ ਕਿ ਜਿਹੜਾ ਆ ਟੈਂਪਰੇਚਰ ਇੰਨਾ ਨਹੀਂ ਵੱਧਦਾ ਹੁੰਦਾ ਸੀਗਾ ਤੇ ਲੋਕੀ ਜਿਹੜਾ ਆ ਗਰਮੀਆਂ ਦੇ ਵਿੱਚ ਵੀ ਆਮ ਜਿਹੜਾ ਆ ਧੁੱਪੇ ਜਿਹੜਾ ਆ ਬੈਠ ਵੀ ਜਾਂਦੇ ਸਨ ਜਾਂ ਤੁਰ ਫਿਰ ਵੀ ਸਕਦੇ ਸੀ, ਜਾਂ ਮਤਲਬ ਜ਼ਿਆਦਾ ਗਰਮੀਆਂ ਹੁੰਦੀਆਂ ਸੀ ਜੂਨ ਜੁਲਾਈ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਨਿੰਮਾਂ ਦੇ ਥੱਲੇ, ਬੋਰਡ ਦੇ ਥੱਲੇ ਜਾਂ ਇਸਾਂ ਦੇ ਸੰਘਣੇ ਜਿਹੜਾ ਆ ਪੇੜ ਦੇ ਥੱਲੇ ਬੈਠ ਜਾਂਦੇ ਸੀਗੇ, ਜਿੱਥੇ ਜਿਹੜਾ ਆਪਣੀ ਜਿਹੜਾ ਆ ਟਾਈਮ ਸਪੈਂਡ ਕਰਦੇ ਸੀ। ਪਰ ਅੱਜ ਜਾਂ ਫਿਰ ਸਾਥ ਕਹਿ ਲਓ, ਬਿਲਕੁਲ ਵੀ ਇਹ ਵੀ ਕਹਿ ਸਕਦੇ ਪੁਰਾਣਾ ਸਮਾਂ ਵਧੀਆ ਸੀ। ਅੱਜ ਸਾਡੇ ਕੋਲ ਟੈਕਨੋਲੋਜੀ ਦਾ ਜ਼ਮਾਨਾ ਆ, ਸਾਡੇ ਕੋਲ ਮੋਟਰ ਗੱਡੀਆਂ ਨੇ, ਪਰ ਜਿੱਥੇ ਉਹ ਸਾਡੇ ਲਈ ਫਾਇਦਾ ਕਰਦੀਆਂ ਨੇ ਉੱਥੇ ਸਾਡੇ ਵਾਸਤੇ ਜਿਹੜਾ ਆ ਉਹ ਨੁਕਸਾਨ ਵੀ ਕਰ ਰਹੀਆਂ ਨੇ, ਕਿਉਂਕਿ ਗਲੋਬਲ ਵਾਰਮਿੰਗ ਜਿਹੜੀ ਆ ਉਹ ਵੱਧ ਰਹੀ ਹੈ ਸਾਡੇ ਨਾਲ। ਪਰ ਜਿੱਥੇ ਸਾਨੂੰ ਇਹ ਸੌਖ ਹੈ ਕਿ ਅਸੀਂ ਆਸਾਨੀ ਨਾਲ ਬਾਜ਼ਾਰ ਜਾ ਸਕਦੇ ਹਾਂ, ਆਪਣੇ ਬੱਚਿਆਂ ਨੂੰ ਜਿਹੜੇ ਵਹੀਕਲ ਲੈ ਕੇ ਦਿੱਤੇ ਨੇ, ਅਸੀਂ ਸਕੂਲ ਜਾ ਸਕਦੇ ਹਾਂ ਜਾਂ ਕਾਲਜ ਜਾ ਸਕਦੇ ਹਾਂ, ਉੱਥੇ ਸਾਡੇ ਲਈ ਜਿਹੜਾ ਆ ਇਹ ਚਿੰਤਾ ਦਾ ਵੀ ਜਿਹੜਾ ਆ ਬਣਿਆ ਹੋਇਆ ਕਿ ਜਿਹੜਾ ਆ ਪੋਲੂਸ਼ਨ ਵੀ ਜਿਹੜਾ ਆ ਸਾਡੇ ਇੱਥੇ ਵੱਧ ਰਿਹਾ ਆ। ਇਹ ਮੈਂ ਇਹ ਨਹੀਂ ਕਹਿ ਸਕਦਾ ਕਿ ਪੰਜਾਬ ਦੀ ਗੱਲ ਕਰਾਂ, ਦਿੱਲੀ ਚਾਹੇ ਉਹ ਪੂਰੇ ਭਾਰਤ ਦੀ ਗੱਲ ਕਰ ਲਈਏ, ਚਾਹੇ ਅਸੀਂ ਪੂਰੇ ਦੇਸ਼ ਦੀ ਗੱਲ ਕਰ ਲਈਏ, ਸਾਰੇ ਪਾਸੇ ਜਿੱਥੇ ਜਿੱਥੇ ਵਹੀਕਲ ਚੱਲੇਗਾ, ਪੈਟਰੋਲ ਜਲੇਗਾ, ਡੀਜ਼ਲ ਜਲੇਗਾ ਜਾਂ CNG ਜਾਂ ਮੀਥੇਨ ਗੈਸ ਕੋਈ ਵੀ ਜਲੇਗੀ ਤਾਂ ਉੱਥੇ ਉੱਥੇ ਪੋਲੂਸ਼ਨ ਜਿਹੜਾ ਆ ਉਹ ਜ਼ਿਆਦਾ ਹੋਊਗਾ। ਸਾਡੀਆਂ ਜਿੱਥੇ ਜਿਹੜੀਆਂ ਨੇ ਆਮ ਦੀ ਜ਼ਿੰਦਗੀ ਜਿੱਥੇ ਸੌਖੀ ਹੁੰਦੀ ਹੈ, ਉੱਥੋਂ ਇਸ ਵੀ ਸਾਨੂੰ ਜਿਹੜੀ ਆ ਔਖ ਮਿਲਦੀ ਆ ਜੀ। ਤੇ ਇਸੇ ਤਰ੍ਹਾਂ ਦੀ ਤੇ ਮੈਂ ਤੁਹਾਨੂੰ ਇਹੀ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਜਿਹੜਾ ਕਿਹੜਾ ਆ ਮੌਸਮ ਜਿਹੜਾ ਵਧੀਆ ਲੱਗਦਾ, ਕਿ ਗਰਮੀਆਂ ਦਾ ਲੱਗਦਾ ਕਿ ਸਰਦੀਆਂ ਦਾ? ਮੌਸਮ ਤਾਂ ਸਾਰੇ ਵਧੀਆ ਹੁੰਦੇ ਨੇ, ਐਕਸਪੀਰੀਅੰਸ ਸਾਰੇ ਤੇ ਵਧੀਆ ਹੁੰਦੇ ਨੇ, ਮਤਲਬ ਇਹ ਨਹੀਂ ਕਿ ਇੱਕ ਪਾਰਟਿਕੂਲਰ ਮੌਸਮ ਵਧੀਆ ਲੱਗਦਾ, ਸਾਰੇ ਵਧੀਆ ਨੇ। ਹਾਂ ਬਿਲਕੁਲ ਜੀ, ਮੈਨੂੰ ਤਾਂ ਸਰਦੀਆਂ ਦਾ ਮੌਸਮ ਜ਼ਿਆਦਾ ਵਧੀਆ ਲੱਗਦਾ ਆ, ਕਿਉਂਕਿ ਸਰਦੀਆਂ ਦੇ ਮੌਸਮ ਦੇ ਵਿੱਚ ਨਾ ਤਾਂ ਮੱਛਰ ਦੀ ਜਿਹੜੀ ਆ ਟੈਨਸ਼ਨ ਹੁੰਦੀ ਆ ਤੇ ਮੱਛਰ ਵੀ ਜਿਹੜਾ ਆ ਕੰਨਾਂ ਦੇ ਕੋਲ ਆ ਕੇ ਮਿੱਠੇ ਮਿੱਠੇ ਜਿਹੜੇ ਗੀਤ ਨਹੀਂ ਸੁਣਾਉਂਦਾ ਤੇ ਨਾ ਹੀ ਜਿਹੜਾ ਆ ਉਹ ਲੜਦਾ ਆ। ਤੇ ਇਸੇ ਕਰਕੇ ਰਜ਼ਾਈ ਲਓ, ਆਪਣਾ ਬਿਲਕੁਲ ਰਿਲੈਕਸ ਹੋ ਜਾਓ ਤੇ ਸੋ ਜਾਓ। ਗਰਮੀਆਂ ਦੇ ਵਿੱਚ ਜਿਹੜੀ ਆ ਇਲੈਕਟ੍ਰਿਸਿਟੀ ਦੀ ਜਿਹੜੀ ਆ ਪ੍ਰੋਬਲਮ ਰਹਿੰਦੀ ਆ, ਮੱਛਰ ਦੀ ਪ੍ਰੋਬਲਮ ਰਹਿੰਦੀ ਆ, ਫਿਰ ਗਰਮੀਆਂ ਦੇ ਵਿੱਚ ਪੈਣ ਦੀ ਪ੍ਰੋਬਲਮ ਰਹਿੰਦੀ ਆ ਤੇ ਕਾਫੀ ਤਰ੍ਹਾਂ ਦੀਆਂ ਜਿਹੜੀਆਂ, ਇਸ ਕਰਕੇ ਜਿਹੜਾ ਮੈਨੂੰ ਤਾਂ ਸਰਦੀਆਂ ਦਾ ਮੌਸਮ ਜ਼ਿਆਦਾ ਵਧੀਆ ਲੱਗਦਾ ਆ। ਸੋ ਇਸ ਕਰਕੇ ਜਿਹੜਾ ਆ ਪੰਜਾਬ ਦੇ ਵਿੱਚ ਜਿਹੜਾ ਆ ਹੁਣ ਕਾਫੀ ਗਰਮ ਜਿਹੜਾ ਆ ਸੀਜ਼ਨ ਚੱਲ ਰਿਹਾ ਆ। ਤੇ ਜਿਸ ਤਰ੍ਹਾਂ ਰੂਹੀ ਜੀ ਨੇ ਦੱਸਿਆ ਆ ਕਿ 40 ਤੋਂ 45 ਡਿਗਰੀ ਸੈਲਸੀਅਸ ਤੱਕ ਦਾ ਜਿਹੜਾ ਤਾਪਮਾਨ ਜਿਹੜਾ ਆ ਉਹ ਇੱਥੇ ਨੋਟ ਕੀਤਾ ਜਾਂਦਾ ਆ, ਕਦੀ ਘੱਟ ਵੀ ਜਾਂਦਾ, ਕਦੀ ਵੱਧ ਵੀ ਜਾਂਦਾ ਆ। ਸੋ ਸਾਨੂੰ ਇਸ ਬਾਰੇ ਵੀ ਜਿਹੜਾ ਆ ਸੋਚਣਾ ਚਾਹੀਦਾ ਹੈ ਕਿ ਸਾਨੂੰ ਜਿਹੜਾ ਆ ਵੱਧ ਤੋਂ ਵੱਧ ਜਿਹੜਾ ਆ ਉਹ ਮੋਟਰ ਗੱਡੀਆਂ ਦੀ ਜਿਹੜੀ ਆ ਉਹ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ ਜੀ। ਤੇ ਰੋਹਿਤ ਜੀ, ਅੱਜ ਦੇ ਇਤਿਹਾਸ ਦੀ ਜੇ ਅਸੀਂ ਗੱਲ ਕਰੀਏ, ਅੱਜ 12 ਅਪ੍ਰੈਲ ਹੈ
ਤੇ ਜਿਹੜਾ ਆ ਕਣਕਾਂ ਦੀ ਜਿਹੜੀ ਆ ਪਹਿਲੋਂ ਵਾਢੀ 14 ਅਪ੍ਰੈਲ ਨੂੰ ਜਿਹੜਾ ਵਿਸਾਖੀ ਵਾਲੇ ਦਿਨ ਕੀਤੀ ਜਾਂਦੀ ਸੀ, ਟੱਕ ਲਾਇਆ ਜਾਂਦਾ ਸੀ, ਖੁਸ਼ੀ ਮਨਾਈ ਜਾਂਦੀ ਸੀ, ਪਰਮਾਤਮਾ ਅੱਗੇ ਅਰਦਾਸ ਬੇਨਤੀ ਜੋਦਰੀ ਕੀਤੀ ਜਾਂਦੀ ਸੀ ਕਿ ਜਿਹੜਾ ਆ ਸਾਡੀ ਇਹ ਕਣਕ ਜਿਹੜੀ ਆ ਇਹ ਘਰ ਆਈ ਆ, ਅੰਨ ਸਾਡੇ ਘਰੇ ਆਇਆ, ਤੇ ਜਿਹੜਾ ਗੁਰਦੁਆਰਿਆਂ ਦੇ ਵਿੱਚ ਵੀ ਜਿਹੜਾ ਆ ਉਹਦੀ ਅਰਦਾਸ ਬੇਨਤੀ ਹੁੰਦੀ ਸੀ। ਪਰ ਹੁਣ ਜਿਹੜਾ ਸਮਾਂ ਬਦਲ ਗਿਆ ਆ, ਹੁਣ ਕੰਬਾਈਨਾਂ ਵਾਲੇ ਨਹੀਂ ਮਿਲਦੇ, ਹੁਣ ਵਾਢੀਏ ਨਹੀਂ ਮਿਲਦੇ, ਹੁਣ ਜਿਹੜੇ ਆ ਜੇ ਮਿਲਦੇ ਨੇ ਤੇ ਉਹ ਕਾਫੀ ਜਿਹੜੇ ਕੋਸਟਲੀ ਨੇ। ਇਸ ਕਰਕੇ ਜਦੋਂ ਵੀ ਜਿਹਦਾ ਦਾ ਲੱਗਦਾ ਆ ਉਹ ਜਿਹੜੀ ਆ ਕਣਕ ਵੱਢ ਲੈਂਦੇ ਨੇ। ਤੇ ਅੱਜ ਦੇ ਦਿਨ ਦਾ ਜੋ 12 ਤਰੀਕ ਦਾ ਜਿਹੜਾ ਆ ਸਾਡਾ ਨਾਲ ਜੁੜਦਾ ਇਤਿਹਾਸ, ਛੋਟੀਆਂ ਘਟਨਾਵਾਂ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਾਂਗੇ, ਕਿਉਂਕਿ ਅਸੀਂ ਕਿਸੇ ਵੀ ਇੱਕ ਇਤਿਹਾਸ ਨੂੰ ਇਸ ਪ੍ਰੋਗਰਾਮ ਦੇ ਵਿੱਚ 15-20 ਮਿੰਟ ਦੇ ਵਿੱਚ, ਅੱਧੇ ਘੰਟੇ ਦੇ ਵਿੱਚ ਪੂਰਾ ਨਹੀਂ ਕਰ ਸਕਦੇ। ਇਸ ਲਈ ਜਿਹੜੀਆਂ ਕੁਝ ਕੁ ਝਾਤੀਆਂ ਜਿਹੜੀਆਂ ਇਤਿਹਾਸ ਦੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਜੀ। ਹਾਂਜੀ, ਤੇ ਜੇ ਗੱਲ ਕਰੀਏ 12 ਅਪ੍ਰੈਲ ਦੀ, ਅੱਜ ਦੇ ਦਿਨ ਦੀ, ਤਾਂ 1759 ਵਿੱਚ ਵਿਸਾਖੀ ਦੇ ਜੋੜ ਮੇਲੇ ਲਈ ਅੰਮ੍ਰਿਤਸਰ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ। ਦਸਵੰਧ ਇਕੱਠਾ ਕਰਨ ਤੇ ਧਾਰਮਿਕ ਕੰਮਾਂ ਵਿੱਚ ਸ਼ਾਮਲ ਹੋਣ ਲਈ ਸ਼੍ਰੀ ਅਕਾਲ ਤਖਤ ਤੋਂ ਸਿੱਖਾਂ ਦੇ ਨਾਂ ਤੇ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜੀ। ਬਿਲਕੁਲ ਜੀ। ਦੂਜੀ ਜੋ ਘਟਨਾ ਆ ਉਹ 1759 ਮਰਾਠਾ ਸਬਜੀ ਨੇ ਸਿੱਖਾਂ ਨਾਲ ਮਿਲ ਕੇ ਜਿਹੜਾ ਆ ਜਹਾਨ ਖਾਨ ਤੇ ਜਿਹੜਾ ਆ ਉਹ ਹਮਲਾ ਕੀਤਾ ਸੀਗਾ। 1801 ਵਿੱਚ ਰਣਜੀਤ ਸਿੰਘ ਦੀ ਸਰਕਾਰ ਖਾਲਸਾ ਵਜੋਂ ਤਾਜਪੋਸ਼ੀ ਹੋਈ ਸੀ। ਰਣਜੀਤ ਸਿੰਘ ਨੂੰ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਸਾਹਿਬ ਬੇਦੀ ਦੁਆਰਾ ਸ਼ਾਸਕ ਘੋਸ਼ਿਤ ਕੀਤਾ ਗਿਆ ਸੀ। ਤਾਜਪੋਸ਼ੀ ਸਮਾਰੋਹ ਵਿੱਚ ਸਰਦਾਰ ਰਣਜੀਤ ਸਿੰਘ ਨੇ ਸਰਕਾਰ ਖਾਲਸਾ ਦਾ ਖਿਤਾਬ ਧਾਰਨ ਕੀਤਾ ਸੀ ਜੀ। ਜੇ ਅਸੀਂ ਗੱਲ ਕਰੀਏ 1876 ਦੀ, ਪਟਿਆਲਾ ਦੇ ਮਹਾਰਾਜਾ ਮਹਿੰਦਰ ਸਿੰਘ ਦਾ ਜਿਹੜਾ ਆ ਉਹ ਦੇਹਾਂਤ ਹੋਇਆ ਸੀ, ਉਹਨਾਂ ਦੀ ਮ੍ਰਿਤੂ ਹੋ ਗਈ ਸੀ। ਉਹ ਜਿਹੜਾ ਆ ਇਸ ਸਵਾਸਾਂ ਦੀ ਪੂੰਜੀ ਨੂੰ ਤਿਆਗ ਕੇ ਜਿਹੜਾ ਆ ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਜਿਹੜੇ ਨੇ ਉਹ ਬਿਰਾਜਮਾਨ ਹੋ ਗਏ ਸੀ। ਮਹਾਰਾਜਾ ਮਹਿੰਦਰ ਸਿੰਘ 1876 ਦਾ ਜਿਹੜਾ ਆ 1852 ਤੋਂ ਲੈ ਕੇ 1876 ਦੇ ਵਿੱਚ ਦਾ ਉਹਨਾਂ ਦਾ ਜਿਹੜਾ ਕਾਲ ਹੈ, ਉਹਨਾਂ ਦਾ ਜਨਮ ਜਿਹੜਾ ਆ 16 ਸਤੰਬਰ 1852 ਨੂੰ ਹੋਇਆ ਸੀ। ਤੇ ਉਹ ਮਹਾਰਾਜਾ ਨਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਗੱਦੀ ਤੇ ਬੈਠਾ ਸੀ ਅਤੇ 1862 ਤੋਂ 1876 ਤੱਕ ਜਿਹੜਾ ਆ ਉਹਨਾਂ ਨੇ ਜਿਹੜਾ ਆ ਰਾਜ ਕੀਤਾ, ਯਾਨੀ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਜੀ ਵੀ ਉਹਨਾਂ ਦਾ ਜਿਹੜਾ ਆ ਕਾਲ ਸੀਗਾ, ਯਾਨੀ ਕਿ ਉਹਨਾਂ ਦਾ ਸਮਾਂ ਸੀ ਜਿਹੜਾ ਉਹ ਜਨਤਕ ਕੰਮਾਂ ਵਿੱਚ ਜਿਹੜੀ ਆ ਡੂੰਘੀ ਦਿਲਚਸਪੀ ਰੱਖਦੇ ਸੀਗੇ। ਉਹਨਾਂ ਨੂੰ ਜਿਹੜਾ ਆ ਆਪਣਾ ਕੰਮ ਸਮਝਦੀ ਸੀ। ਪਟਿਆਲੇ ਦੇ ਸਾਰੇ ਮਹਾਰਾਜਿਆਂ ਵਿੱਚੋਂ ਆਲਾ ਸਿੰਘ ਤੋਂ ਲੈ ਕੇ ਯਾਦਵਿੰਦਰ ਸਿੰਘ ਤੱਕ ਜਿਹੜਾ ਆ ਮਹਾਰਾਜਾ ਮਹਿੰਦਰ ਸਿੰਘ 6 ਫੁੱਟ 7 ਇੰਚ 8 ਇੰਚ ਇੰਨਾ ਕੁ ਜਿਹੜਾ ਸੀਗਾ ਕੱਦ ਉਹਨਾਂ ਦਾ ਸੀਗਾ, ਜਿਸ ਦੇ ਨਾਲ ਮਤਲਬ ਸਰੀਰਕ ਪੱਖੋਂ ਵੀ ਜਿਹੜੇ ਆ ਉਹ ਤੰਦਰੁਸਤ ਤੇ ਮਜ਼ਬੂਤ ਸਨ ਜੀ। ਤੇ 1888 ਵਿੱਚ ਸਿੱਖ ਸਿਧਾਂਤਾਂ ਦੇ ਪ੍ਰਚਾਰ ਲਈ ਲਾਹੌਰ ਵਿਖੇ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ ਗਈ ਸੀ। ਭਾਈ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਨੇ ਸਿੱਖ ਸਿਧਾਂਤਾਂ ਦੇ ਪ੍ਰਚਾਰ ਲਈ ਲਾਹੌਰ ਵਿਖੇ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ ਸੀ। 1959 ਭਾਰਤ ਸਰਕਾਰ ਨੇ ਇੱਕ ਅਧਿਕਾਰਿਤ ਬਿਆਨ ਵਿੱਚ ਸ਼ਾਮਲ ਨਹਿਰੂ ਤਾਰਾ ਸਿੰਘ ਦੇ ਸਮਝੌਤੇ ਵਿੱਚ ਸਿੱਖਾਂ ਨੂੰ ਇੱਕ ਪ੍ਰਭੂ ਸੱਤਾ ਸੰਪੰਨ ਲੋਕਾਂ ਵਜੋਂ ਜਿਹੜੀ ਆ ਉਹ ਮਾਨਤਾ ਦਿੱਤੀ ਸੀ। ਮਾਸਟਰ ਤਾਰਾ ਸਿੰਘ ਨੇ ਗੁਰਦੁਆਰਿਆਂ ਦੇ ਮਸਲਿਆਂ ਵਿੱਚ ਸਰਕਾਰੀ ਦਖਲਅੰਦਾਜ਼ੀ ਦੇ ਵਿਰੋਧ ਵਿੱਚ 16 ਅਪ੍ਰੈਲ ਜਿਹੜਾ 1959 ਤੋਂ ਮਰਨ ਵਰਤ ਤੇ ਜਾਣ ਦੀ ਧਮਕੀ ਦਿੱਤੀ ਸੀ। ਤੇ ਇਸ ਜਿਹੜਾ ਨਹਿਰੂ ਤੇ ਤਾਰਾ ਦੀ ਸਮਝੌਤੇ ਦੀ ਧਾਰਾ 3 ਵਜੋਂ ਜੋ ਵਰਤ ਤੋਂ ਬਚਣ ਲਈ ਇੱਕ ਸਮਝੌਤਾ ਵੀ ਸੀ। ਤੇ ਬਰਸ਼ ਤੇ ਗੁਰਦੁਆਰਾ ਐਕਟ ਵਿੱਚ ਕੋਈ ਵੀ ਸੋਧ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਸਹਿਮਤੀ ਤੋਂ ਬਿਨਾਂ ਨਹੀਂ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ 2/3 ਬਹੁਮਤ ਨਾਲ ਮਤਾ ਪਾਸ ਕੀਤਾ ਗਿਆ ਸੀ। ਇਹ ਧਾਰਾ ਐਸਜੀਪੀਸੀ ਦੇ ਹੱਕ ਵਿੱਚ ਵਿਧਾਨਿਕ ਪ੍ਰਭੂ ਸੱਤਾ ਦੇ ਸਮਰਪਣ ਲਈ ਜਿਹੜਾ ਆ ਮਾਪਦੰਡ ਹੈ, ਜੋ ਸਿਰਫ ਸਿੱਖ ਲੋਕਾਂ ਦੀ ਪ੍ਰਤੀਨਿਧ ਸੰਸਥਾ ਆ ਜੀ। ਬਿਲਕੁਲ ਜੀ। ਤੇ ਜੇ ਅਸੀਂ ਅੱਜ ਗੱਲ ਕਰੀਏ ਰੂਹੀ ਜੀ, ਅਸੀਂ ਜਪਜੀ ਸਾਹਿਬ ਦਾ ਰੋਜ਼ ਜਾਪ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਚਾਹੇ ਅਸੀਂ ਨਿਤਨੇਮ ਦੀ ਗੱਲ ਕਰੀਏ ਤੇ ਚਾਹੇ ਅਸੀਂ ਵੈਸੇ ਵੀ ਗੁਰੂ ਘਰਾਂ ਦੇ ਵਿੱਚ ਜਦੋਂ ਵੀ ਅਸੀਂ ਕਿਤੇ ਵੀ ਜਾਈਦਾ ਆ ਤਾਂ ਅਸੀਂ ਸਭ ਤੋਂ ਛੋਟੀ ਜਿਹੀ ਬਾਣੀ ਜਿਹੜੀ ਆ ਅਸੀਂ ਸੋਚਦੇ ਹਾਂ ਕਿ ਅਸੀਂ ਸਭ ਤੋਂ ਜਿਹੜੀ ਛੋਟੀ ਬਾਣੀ ਕਿਹੜੀ ਪੜ੍ਹੀਏ। ਤਾਂ ਸਾਡੇ ਲੋਕਾਂ ਦੇ ਵਿੱਚ ਜਿਹੜੀ ਆ ਲਗਾਤਾਰ ਜਿਹੜੀ ਆ ਉਹ ਚੌਪਾਈ ਸਾਹਿਬ ਦੀ ਜਿਹੜੀ ਆ ਬਾਣੀ ਦਾ ਜਾਪ ਕੀਤਾ ਜਾਂਦਾ ਆ। ਉਹ ਈਜ਼ੀ ਵੀ ਆ ਤੇ ਪੜ੍ਹਨੀ ਜਿਹੜੀ ਆ ਸੌਖੀ ਵੀ ਲੱਗਦੀ ਆ ਤੇ ਸਾਡੇ ਜਿਹੜਾ ਜ਼ੁਬਾਨ ਤੇ ਜਿਹੜਾ ਆ ਉਹ ਚੜ੍ਹ ਵੀ ਜਾਂਦੀ ਆ ਤੇ ਉਹਦੇ ਜਿਹੜੇ ਨੇ ਸ਼ਬਦ ਨੇ ਉਹ ਸੌਖੇ ਨੇ ਤੇ ਉਹਨੂੰ ਜਿਹੜਾ ਜ਼ੁਬਾਨੀ ਕੰਠ ਵੀ ਜਿਹੜਾ ਆ ਹਰ ਕੋਈ ਇਨਸਾਨ ਕਰ ਸਕਦਾ। ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਦੂਸਰੀ ਬਾਣੀ ਦੀ ਜੋ ਅਸੀਂ ਪੜ੍ਹਨਾ ਤੇ ਮਤਲਬ ਪਸੰਦ ਕਰਦੇ ਆ, ਉਹ ਹੈ ਜਪਜੀ ਸਾਹਿਬ। ਜਪਜੀ ਸਾਹਿਬ ਦੇ ਵਿੱਚ ਜਿਹੜਾ ਆ ਕਾਫੀ ਜਿਹੜੀਆਂ ਨੇ ਇੱਦਾਂ ਦੀਆਂ ਗੱਲਾਂ ਸਾਡੇ ਲਈ ਜਿਹੜੀਆਂ ਨੇ ਉੱਭਰ ਕੇ ਸਾਹਮਣੇ ਆਉਂਦੀਆਂ ਨੇ, ਜਾਂ ਅਸੀਂ ਉਹਦੇ ਵਿੱਚ ਝਾਤ ਮਾਰੀਏ ਜਾਂ ਉਹਦਾ ਅਸੀਂ ਕੇਂਦਰੀ ਭਾਵ ਕੱਢੀਏ
ਸਾਨੂੰ ਜਪਜੀ ਸਾਹਿਬ ਜਿਹੜਾ ਆ ਆਧੁਨਿਕ ਜੀਵਨ, ਆਤਮਿਕ ਜੀਵਨ ਤੇ ਭੂਗੋਲਿਕ ਜੀਵਨ ਦਾ ਜਿਹੜਾ ਆ ਗਿਆਨ ਦਿੰਦਾ ਆ। ਫਿਰ ਮੈਂ ਗੱਲ ਕਹਿਣੀ ਚਾਹਾਂਗਾ, ਆਧੁਨਿਕ ਜੀਵਨ, ਆਤਮਿਕ ਜੀਵਨ ਤੇ ਭੂਗੋਲਿਕ ਜੀਵਨ ਦਾ ਜਿਹੜਾ ਆ ਸਾਨੂੰ ਗਿਆਨ ਪ੍ਰਾਪਤ ਹੁੰਦਾ ਆ। ਤੇ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਕਿਸੇ ਧਾਰਮਿਕ ਗ੍ਰੰਥ ਦੇ ਵਿੱਚ ਇਹ ਤਿੰਨੇ ਗੱਲਾਂ ਮਤਲਬ ਹੋਣ। ਸੋ ਜਪਜੀ ਸਾਹਿਬ ਜਿਹੜੀ ਆ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਬਾਣੀ ਜਿਹੜੀ ਮੰਨੀ ਜਾਂਦੀ ਆ, ਤੇ ਕਈ ਜਿਹੜੇ ਵਿਦਵਾਨ ਨੇ ਇਸ ਨੂੰ ਜਿਹੜਾ ਆ ਗੁਰੂ ਨਾਨਕ ਦੇਵ ਜੀ ਦੀ ਅੰਤਿਮ ਬਾਣੀ ਵੀ ਜਿਹੜੀ ਆ ਉਹ ਕਹਿੰਦੇ ਨੇ। ਚਲੋ ਖੈਰ, ਇਹ ਸਾਡਾ ਅੱਜ ਦਾ ਵਿਸ਼ਾ ਨਹੀਂ ਹੈ। ਜੋ ਸਾਡਾ ਅੱਜ ਦਾ ਵਿਸ਼ਾ ਆ, ਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਹ ਬਾਣੀ ਹੈ ਕਿਸੇ ਵੀ ਰਾਗ ਰਹਿਤ ਹੈ ਜਪਜੀ ਸਾਹਿਬ। ਇਹਦੇ ਵਿੱਚ ਜੇ ਅਸੀਂ ਆਤਮਿਕ ਜੀਵਨ ਦੀ ਗੱਲ ਕਰੀਏ ਤਾਂ ਗੁਰਬਾਣੀ ਬੜੇ ਪਿਆਰੇ ਸ਼ਬਦ ਆਉਂਦੇ ਨੇ ਕਿ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਜੇ ਤੁਹਾਡਾ ਮਨ ਜਿਹੜਾ ਪਾਪਾਂ ਦੇ ਨਾਲ ਭਰ ਜਾਂਦਾ ਹੈ ਤਾਂ ਤੁਸੀਂ ਨਾਮ ਸਿਮਰਨ ਕਰਕੇ, ਨਾਮ ਦਾ ਜਾਪ ਕਰਕੇ, ਨਾਮ ਦਾ ਅਭਿਆਸ ਕਰਕੇ ਆਪਣੇ ਮਨ ਨੂੰ ਧੋ ਸਕਦੇ ਹੋ। ਤੇ ਘੜੀਐ ਸ਼ਬਦ ਸੱਚੀ ਟਕਸਾਲ, ਤੇ ਆਪਣੇ ਮਨ ਨੂੰ, ਆਪਣੇ ਹਿਰਦੇ ਨੂੰ ਇਸੇ ਤਰ੍ਹਾਂ ਦੀ ਜਿਹੜੀ ਆ ਟਕਸਾਲ, ਇਸੇ ਤਰ੍ਹਾਂ ਦੀ ਜਿਹੜੀ ਫੈਕਟਰੀ ਬਣਾਓ ਜਿਹਦੇ ਵਿੱਚ ਅਭਿਆਸ ਕਰਕੇ ਨਾਮ ਨੂੰ ਤੁਸੀਂ ਇੱਕ ਅਜਿਹੀ ਜਿਹੜੀ ਆ ਤੁਸੀਂ ਰੂਪ ਰੇਖਾ ਦੇ ਸਕੋ ਜਿਹਦਾ ਤੁਹਾਡੇ ਜੀਵਨ ਦੇ ਉੱਤੇ ਅਸਰ ਹੋਵੇ। ਰੂਹੀ ਜੀ, ਕਿਸੇ ਫੈਕਟਰੀ ਦੇ ਵਿੱਚ ਅਸੀਂ ਚਲੇ ਜਾਈਏ ਲੋਹੇ ਦੀ ਵਿੱਚ, ਤੇ ਸਿਰਫ ਐਡੀਆਂ ਲੋਹੇ ਦੀਆਂ ਛੜਾਂ ਹੁੰਦੀਆਂ ਨੇ, ਲੋਹੇ ਦੇ ਗੋਲ ਰਿੰਗ ਹੁੰਦੇ ਨੇ, ਉਹਨਾਂ ਨੂੰ ਕੁੱਟ ਕੇ ਪਹਿਲਾਂ ਸਿੱਧਾ ਕੀਤਾ ਜਾਂਦਾ ਆ, ਫਿਰ ਉਸ ਦੀ ਬਣਾਵਟ ਦਿੱਤੀ ਜਾਂਦੀ ਆ। ਚਾਹੇ ਭਾਂਡੇ ਦੀ ਗੱਲ ਕਰ ਲਈਏ, ਚਾਹੇ ਕਿਸੇ ਵੀ ਵਸਤੂ ਦੀ ਗੱਲ ਕਰ ਲਈਏ, ਚਾਹੇ ਕਿਸੇ ਦੀ ਵੀ ਚੌਰਸ ਡੱਬੇ ਦੀ ਗੱਲ ਕਰ ਲਈਏ, ਪਹਿਲਾਂ ਉਸ ਨੂੰ ਕੁੱਟਿਆ ਜਾਂਦਾ ਆ, ਫਿਰ ਉਸ ਨੂੰ ਜਿਹੜਾ ਆ ਉਹਦੀ ਗੁਣਵੱਤਾ ਚੈੱਕ ਕੀਤੀ ਜਾਂਦੀ ਆ, ਫਿਰ ਉਹਨੂੰ ਠੋਸ ਕੀਤਾ ਜਾਂਦਾ ਆ, ਫਿਰ ਉਹਦਾ ਆਕਾਰ ਦਿੱਤਾ ਜਾਂਦਾ ਆ, ਫਿਰ ਉਸ ਨੂੰ ਪੇਂਟ ਕਰਕੇ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਲਿਆਂਦਾ ਜਾਂਦਾ। ਉਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਉਹ ਇੱਕ ਟਕਸਾਲ ਦੇ ਰੂਪ 'ਚ ਹੋਣਾ ਚਾਹੀਦਾ ਹੈ, ਇੱਕ ਫੈਕਟਰੀ ਦੇ ਰੂਪ ਦਾ ਜਿਹੜਾ ਆ ਉਹਨੂੰ ਰੂਪ ਧਾਰਨ ਕਰਨਾ ਚਾਹੀਦਾ ਆ, ਜਿਹੜਾ ਆਪਣੇ ਮਨ ਦੇ ਵਿੱਚ ਸ਼ਬਦ ਨੂੰ ਜਿਹੜਾ ਆ ਅਭਿਆਸ ਕਰੇ, ਉਸ ਦਾ ਨਾਮ ਸਿਮਰਨ ਕਰੇ, ਉਸ ਦਾ ਰਸ ਲਵੇ। ਰਸ ਲੈਣ ਤੋਂ ਬਾਅਦ ਜਿਹੜਾ ਆ ਉਹ ਆਪਣੇ ਜਿਹੜਾ ਜੀਵਨ ਦੇ ਉੱਤੇ ਵੀ ਹੰਡਾਏ। ਇਸੇ ਤਰ੍ਹਾਂ ਦਾ ਜਿਹੜਾ ਆ ਮਨ ਸਾਡਾ ਜਿਹੜਾ ਇੱਕ ਫੈਕਟਰੀ ਆ, ਟਕਸਾਲ ਬਣਨੀ ਚਾਹੀਦੀ ਆ। ਸੋ ਮੇਰੀ ਇੰਨੀ ਬੁੱਧੀ ਨਹੀਂ ਹੈ ਕਿ ਮੈਂ ਗੁਰਬਾਣੀ ਦੇ ਸ਼ਬਦਾਂ ਨੂੰ ਜਿਹੜਾ ਆ ਇੱਥੇ ਉਹਦੇ ਅਰਥ ਕਰਾਂ ਜਾਂ ਮਤਲਬ ਉਹਦੇ ਅੱਖਰੀ ਭਾਵ ਕੱਢਾਂ, ਪਰ ਜਿੰਨਾ ਕੁ ਸਮਝ ਆਉਂਦਾ ਹੈ ਜਾਂ ਪਰਮਾਤਮਾ ਨੇ ਮੇਰਾ ਦਾ ਹੱਥ ਰੱਖਿਆ ਹੈ ਮੇਰੇ ਸਿਰ ਦੇ ਉੱਤੇ, ਉਨੇ ਕੁ ਸ਼ਬਦਾਂ ਦੇ ਨਾਲ ਜਿਹੜਾ ਆ ਮੈਂ ਇਸ ਨੂੰ ਸਮਝਣ ਦੀ ਤੇ ਸਮਝਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਿਹਾ। ਤੇ ਅਸੀਂ ਜਿਹੜੇ ਅੱਜ ਜਪਜੀ ਸਾਹਿਬ ਦੇ ਵਿੱਚ 5 ਖੰਡਾਂ ਦੀ ਗੱਲ ਕਰਾਂਗੇ ਕਿ ਉਹ 5 ਖੰਡ ਕਿਹੜੇ ਨੇ ਤੇ ਉਹਨਾਂ ਦਾ ਜਿਹੜਾ ਆ ਕੀ ਜਿਹੜਾ ਆ ਮਤਲਬ ਹੈ, ਇਸ ਪ੍ਰੋਗਰਾਮ ਦੇ ਵਿੱਚ ਰਹਿੰਦੇ ਸਮੇਂ ਦੇ ਵਿੱਚ ਜਿਹੜੇ ਅਸੀਂ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ, ਜਪਜੀ ਸਾਹਿਬ ਵਿੱਚ 5 ਖੰਡ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਉਹਨਾਂ ਦੇ ਰਹੱਸਵਾਦ ਦਾ ਸ਼ਾਹਕਾਰ ਨਮੂਨਾ ਹੈ। ਇਸ ਬਾਣੀ ਦਾ ਕੇਂਦਰੀ ਵਿਸ਼ਾ ਹੈ ਸਚਿਆਰ ਪਦ ਦੀ ਪ੍ਰਾਪਤੀ, ਮਤਲਬ ਉਸ ਅਕਾਲ ਪੁਰਖ ਅੱਗੇ ਅਸੀਂ ਕਿਵੇਂ ਸਚਿਆਰ ਬਣ ਸਕਦੇ ਹਾਂ, ਜਿਸ ਵਿੱਚ ਥਾਂ ਤੇ ਗੁਰੂ ਸਾਹਿਬ ਨੇ ਰਹੱਸਵਾਦੀ ਤੇ ਬਿਸਮਾਦੀ ਭਾਵ ਦਾ ਵਰਣਨ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਰਚੀ ਬਾਣੀ ਜਪਜੀ ਸਾਹਿਬ ਜੀ ਦੇ ਅੰਤ ਵਿੱਚ 34 ਤੋਂ 37 ਤੱਕ ਦੀਆਂ 4 ਪੌੜੀਆਂ ਵਿੱਚ ਗੁਰੂ ਸਾਹਿਬ ਨੇ 5 ਖੰਡ ਦਾ ਵਰਣਨ ਕੀਤਾ ਹੈ, ਜੋ ਰਹੱਸਵਾਦ ਦੀਆਂ ਸਿਖਰਾਂ ਨੂੰ ਛੂੰਹਦਾ ਹੈ। ਇਹ ਦਰਅਸਲ ਆਤਮਾ ਦੀ ਪਰਮਾਤਮਾ ਤੱਕ ਪਹੁੰਚ ਦੀਆਂ 5 ਮੰਜ਼ਲਾਂ ਹਨ, ਜਿਹੜੀਆਂ ਗੁਰੂ ਨਾਨਕ ਸਾਹਿਬ ਦੇ ਅਕਾਲਦਰਸ਼ੀ ਅਨੁਭਵ ਦੀ ਸਿਰਜਣਾ ਤੇ ਰਹੱਸਵਾਦ ਦਾ ਸ਼ਾਹਕਾਰ ਪ੍ਰਮਾਣ ਹਨ। ਜੀ, ਸਭ ਤੋਂ ਪਹਿਲਾਂ ਅਸੀਂ ਜਿਹੜੀਆਂ ਹੁਣ 5 ਖੰਡਾਂ ਦੀ ਗੱਲ ਕਰਾਂਗੇ ਕਿ 5 ਖੰਡ ਕਿਹੜੇ ਨੇ। ਸਭ ਤੋਂ ਪਹਿਲਾਂ ਜਿਹੜਾ ਆ ਧਰਮ ਖੰਡ, ਫਿਰ ਹੈ ਗਿਆਨ ਖੰਡ, ਫਿਰ ਸਰਮ ਖੰਡ, ਫਿਰ ਕਰਮ ਖੰਡ, ਤੇ 5ਵਾਂ ਖੰਡ ਜਿਹੜਾ ਆ ਉਹ ਸੱਚਖੰਡ ਹੈ। ਸੱਚਖੰਡ ਦੀ ਗੱਲ ਕੀਤੀ ਗਈ ਹੈ। ਇੱਥੇ ਗੁਰੂ ਸਾਹਿਬ 5 ਖੰਡਾਂ ਦਾ ਵਰਣਨ ਜੋ ਅਸਲ ਵਿੱਚ ਮਨੁੱਖ ਨੂੰ ਆਪਣੇ ਮਨੁੱਖੀ ਜਾਮੇ ਵਿੱਚ ਸਹੀ ਰਸਤੇ ਤੇ ਕਿਵੇਂ ਤੇ ਕਿਉਂ ਚੱਲਣਾ ਹੈ ਇਹ ਸਮਝਾਉਣ ਲਈ ਜਿਹੜਾ ਆ ਉਹ ਵਰਤਿਆ ਗਿਆ ਹੈ। ਪਹਿਲਾਂ ਧਰਮ ਖੰਡ ਵਿੱਚੋਂ ਮਨੁੱਖ ਦੇ ਸਾਕਾਰ ਆਤਮਾ ਨੇ ਸਰੀਰ ਵਿੱਚੋਂ ਉੱਠਣਾ ਹੈ ਤੇ ਸੂਖਮਦਰ ਸੂਖਮ ਹੁੰਦਿਆਂ ਹੋਇਆਂ 3 ਖੰਡਾਂ ਵਿੱਚੋਂ ਲੰਘਦਿਆਂ ਅਤੀ ਸੂਖਮ ਅਵਸਥਾ ਵਿੱਚ ਆਪਣੀ ਆਖਰੀ ਮੰਜ਼ਿਲ ਸੱਚਖੰਡ ਤੇ ਪੁੱਜਣਾ ਹੈ, ਜਿੱਥੇ ਆਪ ਨਿਰੰਕਾਰ ਦਾ ਜਿਹੜਾ ਆ ਵਾਸਾ ਹੈ, ਜਿਸ ਨੂੰ ਅਸੀਂ ਸੱਚਖੰਡ ਕਹਿੰਦੇ ਆ ਕਿ ਸੱਚਖੰਡ ਵਸੈ ਨਿਰੰਕਾਰ, ਉਸ ਪਰਮਾਤਮਾ ਦਾ ਵਾਸਾ ਆ। ਇੱਥੇ ਮਨੁੱਖ ਦੀ ਆਤਮਾ ਪਰਮਾਤਮਾ ਨਾਲ ਇੱਕਮਿਕ ਹੋ ਜਾਂਦੀ ਹੈ। ਉਹਨਾਂ ਵਿੱਚੋਂ ਕੋਈ ਵੀ ਭਿੰਨ ਭੇਦ ਨਹੀਂ ਰਹਿੰਦਾ, ਕੋਈ ਵੀ ਭੇਦ ਨਹੀਂ ਰਹਿੰਦਾ, ਕਿਸੇ ਵੀ ਤਰ੍ਹਾਂ ਦੀ ਭੇਦਭਾਵ ਦੀ ਭਾਵਨਾ ਵੀ ਨਹੀਂ ਰਹਿੰਦੀ, ਕਿਉਂਕਿ ਪ੍ਰਭ ਕਾ ਸੇਵਕ ਪ੍ਰਭ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ।
ਐਦਾਂ ਦੀ ਜਿਹੜੀ ਆ ਉਹ ਬਿਰਤੀ ਹੋ ਜਾਂਦੀ ਆ ਤੇ ਇੱਕ ਦੂਜੇ ਵਿੱਚ ਅਭੇਦ ਹੋ ਜਾਂਦੇ ਆ। ਤੇ ਜਿਵੇਂ ਅਸੀਂ ਇੱਕ ਗੱਲ ਕਰੀਏ ਕਿ ਜਿਵੇਂ ਸਮੁੰਦਰ ਦੇ ਵਿੱਚੋਂ ਕੁਝ ਲਹਿਰਾਂ ਰੂਹੀ ਜੀ ਉੱਠਦੀਆਂ ਨੇ ਤੇ ਲੱਗਦੀਆਂ ਤਾਂ ਉਹ ਵੱਖ ਨੇ, ਪਰ ਉਹੀ ਲਹਿਰਾਂ ਜਿਹੜੀਆਂ ਜਦੋਂ ਸਮੁੰਦਰ ਦੇ ਵਿੱਚ ਪਾਣੀ ਦੇ ਰੂਪ ਦੇ ਵਿੱਚ ਫੇਰ ਮਿਲ ਜਾਂਦੀਆਂ ਨੇ ਤਾਂ ਫਿਰ ਉਹਦੇ ਵਿੱਚੋਂ ਪਛਾਣ ਕਰਨੀ ਜਿਹੜੀ ਆ ਬਹੁਤ ਔਖੀ ਹੋ ਜਾਂਦੀ ਆ ਕਿ ਜਿਹੜੀਆਂ ਲਹਿਰਾਂ ਉੱਠੀਆਂ ਸੀ ਪਾਣੀ ਵਾਲੀਆਂ ਉਹ ਕਿਹੜੀਆਂ ਸੀ ਤੇ ਜਿਹੜੀਆਂ ਥੱਲੇ ਜਿਹੜੀਆਂ ਵਗ ਰਹੀਆਂ ਸੀ ਉਹ ਲਹਿਰਾਂ ਕਿਹੜੀਆਂ ਸੀ। ਇਸੇ ਤਰ੍ਹਾਂ ਪਰਮਾਤਮਾ ਤੇ ਆਤਮਾ ਦਾ ਜਿਹੜਾ ਆ ਇਸ ਜਿਹੜਾ ਆ ਰੂਹੀ ਜੀਵ ਦਾ ਜਿਹੜਾ ਆ ਕਲਯੁਗੀ ਜੀਵ ਦਾ ਨਾਮ ਜਪ ਕੇ ਜਿਹੜਾ ਆ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਆ ਜੀ। ਗੱਲ ਕਰੀਏ ਧਰਮਖੰਡ ਦੇ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਮਤਲਬ ਕੱਢੇ ਹਨ, ਪਰ ਸੰਸਕ੍ਰਿਤ ਵਿੱਚ ਧਰਮ ਨੂੰ ਕੁਦਰਤ ਦੇ ਨਿਯਮ ਬੱਧ ਪ੍ਰਵਾਹ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਜਿਵੇਂ ਕੁਦਰਤ ਦੇ ਬਦੇ ਨਿਯਮ ਜਿਸ ਨੂੰ ਵੇਦਾਂ ਵਿੱਚ ਰੀਤੀ ਕਿਹਾ ਜਾਂਦਾ ਹੈ, ਰੁੱਤਾਂ ਥੀਤਾਂ ਤੇ ਵਾਰ ਬਦਲਦੇ ਹਨ, ਧਰਤੀ ਉੱਤੇ ਪਾਣੀ ਹਵਾ ਸਾਰੇ ਪਾਸੇ ਪਸਰੀ ਹੋਈ ਆਪਣੇ ਕੰਮ ਕਰਦੀ ਹੈ, ਸੂਰਜ ਸਵੇਰੇ ਸ਼ਾਮ ਚੜ੍ਹਦਾ ਤੇ ਲਹਿੰਦਾ ਹੈ, ਸਾਰੇ ਆਪਣੇ ਆਪਣੇ ਕਰਮ ਨਿਭਾ ਰਹੇ ਹਨ। ਇਸ ਅਟਲ ਕੁਦਰਤ ਦੇ ਨਿਯਮ ਦੀ ਕੋਈ ਉਲੰਘਣਾ ਨਹੀਂ ਕਰਦਾ ਜਦ ਤੱਕ ਕੁਦਰਤ ਆਪ ਨਾ ਚਾਹੇ ਤਦ ਤੱਕ, ਕਿਉਂਕਿ ਕਦੇ-ਕਦੇ ਕੁਦਰਤ ਵੀ ਮਨੁੱਖ ਨੂੰ ਸਬਕ ਸਿਖਾਉਣ ਲਈ ਕੁਝ ਅਜਿਹਾ ਕਰਦੀ ਹੈ। ਕੁਦਰਤ ਦੀ ਰਚੀ ਸ੍ਰਿਸ਼ਟੀ ਪ੍ਰਿਥਵੀ ਉੱਤੇ ਕਈ ਜੀਵ ਜੁੱਤੀਆਂ ਤੇ ਰੰਗਾਂ ਦੇ ਹਨ ਜਿਨ੍ਹਾਂ ਦੇ ਵੱਖ-ਵੱਖ ਨਾਮ ਹਨ। ਮਨੁੱਖੀ ਜੂਨ ਉੱਤਮ ਕਰਮ ਕਰਨ ਵਜੋਂ ਨਸੀਬ ਹੁੰਦੀ ਹੈ, ਪਰ ਜ਼ਿਆਦਾਤਰ ਮਨੁੱਖ ਇਸ ਜੂਨ ਵਿੱਚ ਆ ਕੇ ਭੁੱਲ ਜਾਂਦੇ ਹਨ ਕਿ ਸਰੀਰ ਛੂਹਣ ਤੋਂ ਬਾਅਦ ਮਾੜੇ ਚੰਗੇ ਕਰਮਾਂ ਦਾ ਲੇਖ ਜੋਖਾ ਰੱਬ ਦੀ ਦਰਗਾਹ ਵਿੱਚ ਦੇਣਾ ਪੈਂਦਾ ਹੈ। ਆਪਣੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੀ ਰੱਜ ਕੇ ਵਰਤੋਂ ਕਰਦੇ ਹਨ ਤੇ ਮੌਤ ਨੂੰ ਭੁੱਲ ਜਾਂਦੇ ਹਨ। ਇਹੋ ਜਿਹੇ ਇਨਸਾਨ ਮੌਤ ਤੋਂ ਬਾਅਦ ਦੇ ਸਫ਼ਰ ਵਿੱਚ ਪਹਿਲੀ ਮੰਜ਼ਿਲ ਤੋਂ ਹੀ ਸਿੱਧਾ ਨਰਕਾਂ ਵਿੱਚ ਚਲੇ ਜਾਂਦੇ ਹਨ। ਰੱਬ ਦੀ ਕਿਸੇ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦੇ। ਗਿਆਨੀ ਧਿਆਨੀ, ਦੇਵੀ ਦੇਵਤੇ, ਖੰਡ ਬ੍ਰਹਿਮੰਡ, ਸੂਰਬੀਰ, ਗੁਰਮੁਖ ਤੇ ਸੱਚੀਆਂ ਆਤਮਾਵਾਂ ਪਹਿਲੀ ਮੰਜ਼ਿਲ ਤੈਅ ਕਰਨ ਤੋਂ ਬਾਅਦ ਗਿਆਨ ਖੰਡ ਵਿੱਚ ਦਾਖਲ ਹੋ ਜਾਂਦੀਆਂ ਹਨ ਤੇ ਬਾਕੀ ਨਰਕਾਂ ਵਿੱਚ ਸੁੱਟ ਦਿੱਤੇ ਜਾਂਦੇ ਹਨ। ਜੀ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਗਿਆਨ ਖੰਡ ਦੀ। ਗਿਆਨ ਖੰਡ ਵਿੱਚ ਪੌਣ ਪਾਣੀ ਬੈਸੰਤਰ ਕ੍ਰਿਸ਼ਨ ਸ਼ਿਵ ਬ੍ਰਹਮਾ ਮਹੇਸ਼ ਦੇਵੀ ਦੇਵਤੇ ਸਾਧ ਸੰਤ ਕਈ ਧਰਮ ਭੂਮੀਆਂ ਸੁਮੇਰ ਪਰਬਤ ਤਰੂਬ ਉਪਦੇਸ਼ ਕਰਤਾ ਯਾਨੀ ਇੰਦਰ ਚੰਦ ਸੂਰਜ ਸਿੱਧ ਬੁੱਧ ਨਾਥ ਜੋਗੀ ਰਤਨ ਤੇ ਸਮੁੰਦ ਇੱਥੋਂ ਗਿਆਨ ਦਾ ਤੇਜ ਹੁੰਦਾ ਹੈ ਤੇ ਕਰੋੜਾਂ ਵਾਜਿਆਂ ਗਾਜਿਆਂ ਦਾ ਆਨੰਦ ਆਉਂਦਾ ਹੈ। ਕਿ ਜੇ ਅਸੀਂ ਗੱਲ ਕਰੀਏ ਕਿ ਪਰਮਾਤਮਾ ਦਾ ਰਸ ਕਿਹੋ ਜਿਹਾ ਹੁੰਦਾ, ਪਰਮਾਤਮਾ ਦਾ ਜਿਹੜਾ ਆ ਆਨੰਦ ਕਿਹਾ ਜਾਂਦਾ। ਅੱਜ ਅਸੀਂ ਉੱਚੀ ਉੱਚੀ ਤਬਲਿਆਂ ਦੇ ਨਾਲ ਹਾਰਮੋਨੀਅਮ ਦੇ ਨਾਲ ਵਾਜਿਆਂ ਦੇ ਨਾਲ ਕਹਿੰਦੇ ਨੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਿਸ ਤਰ੍ਹਾਂ ਦਾ ਆਨੰਦ ਉਹ ਤਾਂ ਜਿਹੜਾ ਆ ਉਹ ਬਿਆਨ ਹੀ ਨਹੀਂ ਕਰ ਹੋ ਸਕਦਾ ਰੂਹੀ ਜੀ। ਪਰ ਅਸੀਂ ਕਿਹੜੇ ਆਨੰਦ ਦੀ ਗੱਲ ਕਰਦੇ ਹਾਂ? ਨੱਚਣ ਕੁੱਦਣ ਮਨ ਕਾ ਚਾਓ, ਇਹ ਸਾਡਾ ਮਨ ਦਾ ਚਾਅ ਬਣ ਗਿਆ। ਉੱਚਾ ਕੂਕਾ ਵਾਦਾ ਗਾਵੇ, ਉੱਚਾ ਗਾਉਣਾ, ਉੱਚਾ ਬੋਲਣਾ, ਉੱਚਾ ਕੀਰਤਨ ਕਰਨਾ, ਇਹ ਆਨੰਦ ਦੀ ਸਥਿਤੀ ਆ। ਇਹ ਜਿਹੜਾ ਆ ਆਨੰਦ ਸਾਨੂੰ ਇਹ ਪ੍ਰਾਪਤ ਹੁੰਦਾ ਆ। ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ ਸਾਈਂ ਨਾ ਬਹਿਰਾ ਹੋਏ। ਉੱਚਾ ਕੂਕ ਕੂਕ ਕੇ ਤੂੰ ਕਿਹਨੂੰ ਬੁਲਾ ਰਿਹਾ, ਕਿਹਨੂੰ ਸੁਣਾ ਰਿਹਾ, ਕਿਹੜੇ ਆਨੰਦ ਦੀ ਗੱਲ ਕਰਦਾ? ਜੇ ਆਨੰਦ ਜੇ ਪੁੱਛਣਾ ਹੋਵੇ ਤਾਂ ਕਬੀਰ ਸਾਹਿਬ ਜਿਹੜਾ ਆ ਬਹੁਤ ਵਧੀਆ ਜਿਹੜਾ ਆ ਇਹ ਬਾਣੀ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕਰਦੇ ਆ ਕਿ ਜੇ ਕਿਸੇ ਗੂੰਗੇ ਨੂੰ ਜਿਹੜਾ ਅਸੀਂ ਗੁੜ ਖਵਾ ਦਈਏ ਨਾ ਤੇ ਉਹਨੂੰ ਪੁੱਛੀਏ ਵੀ ਇਹਦਾ ਜਿਹੜਾ ਆ ਕੀ ਸਵਾਦ ਹੈ, ਇਹਦਾ ਕੀ ਰਸ ਹੈ, ਤੂੰ ਦੱਸ। ਜੋ ਉਹ ਗੂੰਗੇ ਦਾ ਜਵਾਬ ਹੋਏਗਾ ਉਹੀ ਰਸ ਜਿਹੜਾ ਆ ਇੱਕ ਪਰਮਾਤਮਾ ਦੇ ਪ੍ਰਾਪਤੀ ਕਰਨ ਵਾਲੇ ਦਾ ਜਿਹੜਾ ਆ ਉਹ ਜਵਾਬ ਹੋਏਗਾ। ਤੇ ਇਹ ਹੁਣ ਤੁਸੀਂ ਰੂਹੀ ਜੀ ਮੈਨੂੰ ਆਪ ਦੱਸ ਦਿਓ ਕਿ ਉਹ ਕੀ ਜਵਾਬ ਦੇਗਾ? ਜਵਾਬ ਦੇ ਹੀ ਨਹੀਂ ਸਕਦਾ, ਉਹਦੇ ਕੋਲ ਕੋਈ ਜਵਾਬ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਆ ਪਰਮਾਤਮਾ ਦੇ ਜਿਹੜਾ ਰਸ ਦਾ, ਪਰਮਾਤਮਾ ਦੇ ਆਨੰਦ ਦਾ ਜਿਹੜਾ ਆ, ਪਰਮਾਤਮਾ ਦੇ ਮਿਲਣ ਦਾ ਜਿਹੜਾ ਆਨੰਦ ਹੈ ਉਹ ਅਸੀਂ ਕਦੇ ਵੀ ਜਿਹੜਾ ਆ ਬਿਆਨ ਨਹੀਂ ਕਰ ਸਕਦੇ। ਤੇ ਗੱਲ ਕਰੀਏ ਸਰਮਖੰਡ ਦੀ। ਜਿਹੜੇ ਸਰਮਖੰਡ ਤੱਕ ਪਹੁੰਚਦੇ ਹਨ, ਸਰਮਖੰਡ ਵਿੱਚ ਉਹਨਾਂ ਦੀ ਸੁਰਤ, ਮਤ, ਮਨ ਤੇ ਬੁੱਧੀ ਕੜੀ ਜਾਂਦੀ ਹੈ। ਜੀ। ਕਰਮਖੰਡ ਵਿੱਚ ਜੇ ਕੋਈ ਦੂਜਾ ਨਹੀਂ ਹੁੰਦਾ, ਮਹਾਨ ਬਲੀ ਸੂਰਮੇ ਤੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਕਰਮ ਸ਼ੁਭ ਹੁੰਦੇ ਨੇ, ਸ਼ੁਭ ਕਰਮ ਕਰਦੇ ਨੇ, ਆਪਣੇ ਕਰਮ ਪਰਮਾਤਮਾ ਦੇ ਲੇਖੇ ਵਿੱਚ ਲਾਉਂਦੇ ਨੇ, ਆਪਣੇ ਕਰਮਾਂ ਨੂੰ ਜਿਹੜਾ ਪਰਮਾਤਮਾ ਦੇ ਤੌਰ ਤਰੀਕਿਆਂ ਤੇ ਜੋ ਪਰਮਾਤਮਾ ਦਾ ਸਿਧਾਂਤ ਹੈ, ਜੋ ਅਕਾਲ ਪੁਰਖ ਦਾ ਸਿਧਾਂਤ ਹੈ, ਜੋ ਉਹਨਾਂ ਦੇ ਗੁਰੂ ਦਾ ਸਿਧਾਂਤ ਹੈ, ਗੁਰੂ ਦਾ ਹੁਕਮ ਹੈ, ਉਸ ਦੇ ਅਨੁਸਾਰ, ਜਿਸ ਨੂੰ ਅਸੀਂ ਗੁਰਮਤ ਵੀ ਕਹਿ ਸਕਦੇ ਹਾਂ, ਕਿ ਆਪਣੇ ਗੁਰੂ ਦੀ ਮੱਤ ਦੇ ਅਨੁਸਾਰ ਜਿਹੜੇ ਕਰਮ ਕਰਦੇ ਨੇ ਉਹ ਕਰਮਖੰਡ ਦੇ ਵਿੱਚ ਜਿਹੜਾ ਆ ਉਹਨਾਂ ਦੀ ਜਿਹੜੀ ਹਾਜ਼ਰੀ ਆ ਉਹ ਪ੍ਰਵਾਨ ਹੁੰਦੀ ਹੈ। ਤੇ ਸਭ ਤੋਂ ਉੱਚਾ ਖੰਡ ਸੱਚਖੰਡ, ਆਖਰੀ ਮੰਜ਼ਿਲ ਸੱਚਖੰਡ ਸਾਧਕ ਦੀ ਆਖਰੀ ਮੰਜ਼ਿਲ ਹੈ ਜਿੱਥੇ ਅਪੜ ਕੇ ਉਸਨੇ ਆਪਣੇ ਆਪ ਨੂੰ ਪਰਮਾਤਮਾ ਵਿੱਚ ਲੀਨ ਕਰ ਦੇਣਾ ਹੈ। ਇੱਥੇ ਆਪ ਨਿਰੰਕਾਰ ਵਸਦਾ ਹੈ ਜੋ ਸਭ ਨੂੰ ਕਿਰਪਾ ਦ੍ਰਿਸ਼ਟੀ ਨਾਲ ਵੇਖਦਾ ਹੈ। ਇੱਥੇ ਖੰਡ, ਮੰਡਲ, ਬ੍ਰਹਿਮੰਡ ਤੇ ਕਈ ਪਹੁੰਚੇ ਹੋਏ ਭਗਤਾਂ ਤੇ ਮਹਾਤਮਾ ਦੇ ਸਰੂਪ ਹੁੰਦੇ ਹਨ
ਜਿਹੜੇ ਕਿ ਸੋਨੇ ਵਾਂਗ ਪੱਟੀ ਵਿੱਚ ਖੜੇ ਹੁੰਦੇ ਹਨ। ਇਹਨਾਂ ਨੂੰ ਪਰਮਾਤਮਾ ਦੇਖ ਕੇ ਪ੍ਰਸੰਨ ਹੁੰਦਾ ਹੈ। ਸੱਚਖੰਡ ਰੱਬ ਦਾ ਟਿਕਾਣਾ ਹੈ। ਰੱਬ ਦਾ ਟਿਕਾਣਾ ਹਰ ਧਰਮ ਨੇ ਮੰਨਿਆ ਹੈ। ਈਸਾਈਆਂ ਦੇ ਹਿਸਾਬ ਨਾਲ ਰੱਬ ਦਾ ਨਿਵਾਸ ਪੰਜਵੇਂ ਆਕਾਸ਼ ਤੇ ਹੈ, ਜਿੱਥੇ ਉਹ ਇੱਕ ਆਲੀਸ਼ਾਨ ਤਖਤ ਤੇ ਬੈਠਾ ਹੈ, ਜਿਸ ਦੇ ਚਾਰੋਂ ਪਾਸੇ ਸੋਨੇ ਦੀਆਂ ਜੰਜੀਰਾਂ ਲਟਕ ਰਹੀਆਂ ਹਨ, ਜਿਨ੍ਹਾਂ ਨਾਲ ਸਾਰੀ ਸ੍ਰਿਸ਼ਟੀ ਬੰਨੀ ਹੋਈ ਹੈ। ਮੂਸਈ ਇਹ ਟਿਕਾਣਾ 7ਵੇਂ ਆਕਾਸ਼ ਤੇ ਮੰਨਦੇ ਹਨ। ਮੁਸਲਮਾਨ ਵੀ ਰੱਬ ਨੂੰ 7ਵੇਂ ਅਸਮਾਨ ਨੂਰਾਨੀ ਤਖਤ ਤੇ ਬੈਠਾ ਮੰਨਦੇ ਹਨ, ਜਿਸ ਨੂੰ 8 ਫਰਿਸ਼ਤਿਆਂ ਨੇ ਚੁੱਕਿਆ ਹੋਇਆ ਹੈ। ਹਜ਼ਰਤ ਮੁਹੰਮਦ ਸਾਹਿਬ ਵੀ ਤਖਤ ਤੋਂ 2 ਕਮਾਨ ਦੂਰੀ ਤੇ ਖੜੇ ਹੋਏ ਹਨ। ਹਿੰਦੂ ਧਰਮ ਅਨੁਸਾਰ ਰੱਬੀ ਠਿਕਾਣਾ ਬੈਕੁੰਠ ਧਾਮ ਪਾਤਾਲ ਵਿੱਚ ਖੀਰ ਸਮੁੰਦਰ ਵਿੱਚ ਹੈ। ਸਿੱਖ ਧਰਮ ਅਨੁਸਾਰ ਨਿਰੰਕਾਰ ਦਾ ਠਿਕਾਣਾ ਸੱਚਖੰਡ ਵਿੱਚ ਹੈ। ਉਹਨਾਂ ਦੀ ਬਾਣੀ ਵਿੱਚ ਵੀ ਜ਼ਿਕਰ ਹੈ, ਸੱਚਖੰਡ ਵਸੇ ਨਿਰੰਕਾਰ, ਪਰ ਇਹ ਖੰਡ ਸਥਾਨ ਵਾਚਕ ਨਹੀਂ, ਵਿਕਾਸਵਾਚੀ ਹੈ। ਇਹ ਸਿੱਖ ਦੀ ਪਰਮ ਪਦ ਦੀ ਪ੍ਰਾਪਤੀ ਜਾਂ ਇਉਂ ਕਹਿ ਲਓ ਕਿ ਮੁਕਤੀ ਪ੍ਰਾਪਤ ਕਰਨ ਦੀ ਅਵਸਥਾ ਹੈ। ਕਬੀਰ ਜੀ ਵੀ ਆਪਣੀ ਬਾਣੀ ਵਿੱਚ ਇਸ ਦਾ ਜ਼ਿਕਰ ਕਰਦੇ ਹਨ। ਰਾਮ ਕਬੀਰਾ ਇੱਕ ਪਏ ਹੈ, ਕੋਈ ਨਾ ਸਕੇ ਪਛਾਣੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਰਮਾਨ ਹੈ, ਤਹਿ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਬਿਲਕੁਲ ਜੀ, ਕਿੰਨਾ ਪਿਆਰਾ ਸ਼ਬਦ ਹੈ ਰੋਹਿਤ ਜੀ। ਤਹਿ ਨਰ ਹਰ ਅੰਤਰ ਨਹੀਂ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਹ ਪਰਮਾਤਮਾ ਤੇ ਆਤਮਾ ਦਾ ਜਦੋਂ ਮੇਲ ਹੋ ਜਾਂਦਾ, ਫਿਰ ਪਛਾਣਨਾ ਜਿਹੜਾ ਆ ਉਹ ਜਿਹੜਾ ਆ ਬਹੁਤ ਹੀ ਔਖਾ ਹੋ ਜਾਂਦਾ ਕਿ ਸਮੁੰਦਰ ਦੇ ਵਿੱਚੋਂ ਕਿਹੜੀਆਂ ਲਹਿਰਾਂ ਉੱਠੀਆਂ ਨੇ, ਕਿਹੜੀਆਂ ਜਿਹੜੀਆਂ ਨੇ ਸਮਾਏ। ਇੱਕ ਗੁਰਬਾਣੀ ਦਾ ਇਹ ਵੀ ਜਿਹੜਾ ਆ ਪਾਵਨ ਪਵਿੱਤਰ ਫੁਰਮਾਨ ਹੈ ਕਿ ਸੂਰਜ ਕਿਰਨ ਮੇਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੂਰਜ ਦੀ ਜਿਹੜੀਆਂ ਕਿਰਨਾਂ ਨੇ ਉਹ ਸੂਰਜ ਦੇ ਨਾਲ ਮਿਲਦੀਆਂ ਨੇ, ਜਾਂ ਪਾਣੀ ਜਿਹੜਾ ਪਾਣੀ ਦੇ ਨਾਲ ਮਿਲਦਾ ਆ। ਤੇ ਇਸੇ ਤਰ੍ਹਾਂ ਦੀ ਜਿਹੜੀ ਆ ਭੇਦ ਜਿਹੜੀ ਆ ਇਸ ਮਨੁੱਖੀ ਜੀਵਨ ਜਾਂ ਕਲਯੁਗੀ ਜੀਵ ਦੀ ਸੋਚ ਤੋਂ ਬਾਹਰ ਹੈ। ਜਿਹੜਾ ਉੱਥੇ ਜਾਏਗਾ ਜਿਹੜਾ ਆ ਉਹੀ ਜਿਹੜਾ ਆ, ਜਿਵੇਂ ਹੁਣ ਇੱਕ ਪੰਜਾਬੀ ਚ ਕਹਾਵਤ ਹੈ ਰੋਹੀ ਜੀ ਕਿ ਜਿਹੜਾ ਨਾ ਆਪ ਮਰੇ ਬਿਨਾ ਸਵਰਗ ਨਹੀਂ ਦਿਖਦਾ। ਸੱਚੀ ਗੱਲ ਹੈ। ਜਿਹੜਾ ਬੰਦਾ ਪਰਮਾਤਮਾ ਦੇ ਨਾਲ ਪਰਮਾਤਮਾ ਦਾ ਚਿੰਤਨ ਕਰੂਗਾ, ਪਰਮਾਤਮਾ ਦੀ ਸੋਚ ਤੇ ਚੱਲੂਗਾ, ਅਕਾਲ ਪੁਰਖ ਦੀ ਜਿਹੜੀ ਆ ਹੋਂਦ ਨੂੰ ਸਮਝੂਗਾ, ਆਨੰਦ ਵੀ ਉਸ ਨੂੰ ਹੀ ਮਿਲੂਗਾ ਜਿਹੜਾ ਪਰਮਾਤਮਾ ਦੇ ਲੜ ਲੱਗੂਗਾ। ਸੋ ਇਸੇ ਕਰਕੇ ਤਹਿ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਜਾਨ। ਇਹ ਗੱਲ ਨੂੰ ਇੱਕ ਸਹੀ ਤਰੀਕੇ ਦੇ ਨਾਲ ਐਨ ਟਣਕ ਕੇ ਜਿਹੜੀ ਆ ਉਹ ਗੱਲ ਦੱਸੀ ਹੋਈ ਆ। ਜਿਵੇਂ ਜਿਹੜਾ ਆ ਭਾਂਡਾ ਟਣਕਾ ਕੇ ਜਿਹੜਾ ਆ ਲੋਕੀ ਦੇਖਦੇ ਨੇ, ਉਸੇ ਤਰ੍ਹਾਂ ਇਹ 100 ਆਨੇ ਜਿਹੜੀ ਆ ਗੱਲ ਸੱਚੀ ਆ। ਇਸ ਨੂੰ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਆ ਮੰਨ ਲਓ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਇਹਨਾਂ ਖੰਡਾਂ ਦੀ ਜਿਹੜੀ ਅਖੀਰਲੀ ਪੌੜੀ ਵਿੱਚ ਲਿਖਦੇ ਹਨ ਕਿ ਸੱਚਖੰਡ ਵਸੇ ਨਿਰੰਕਾਰ। ਸੋ ਇਸੇ ਤਰ੍ਹਾਂ ਦਾ ਜਿਹੜਾ ਆ ਇਹ ਸਾਡੇ ਜਿਹੜੇ 5 ਖੰਡ ਨੇ। ਤੇ ਕੁਝ ਜਿਹੜੇ ਤਰਕਸ਼ੀਲ, ਕੁਝ ਬੁੱਧੀ ਜੀਵ ਲੋਕ ਜਿਹੜਾ ਆ ਇਸ ਤੇ ਤਰਕ ਵੀ ਕਰਦੇ ਨੇ, ਤੇ ਇਸ ਉੱਤੇ ਜਿਹੜੇ ਆ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਘੜ ਕੇ ਜਿਹੜੀਆਂ ਨੇ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ, ਤੇ ਫਿਰ ਉਹਦੇ ਵਿੱਚ ਜਿਹੜਾ ਆ ਆਪਣੀ ਬੁੱਧੀਜੀਵਤਾ ਦਿਖਾਉਂਦੇ ਨੇ। ਸੋ ਇਸ ਕਰਕੇ ਜਿਹੜਾ ਆ ਸਾਨੂੰ ਜਿਹੜਾ ਆ ਗੁਰਬਾਣੀ ਤੇ ਕਦੇ ਵੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਰੋਹਿਤ ਜੀ, ਮੈਂ ਤਾਂ ਇੱਕ ਗੱਲ ਕਹਿ ਸਕਦਾ ਕਿ ਜੇ 1 2 ਹੁੰਦੇ ਨੇ ਤਾਂ 1 11 ਵੀ ਹੁੰਦੇ ਨੇ। ਜੇ ਮੈਨੂੰ 1 11 ਦਾ ਨਹੀਂ ਪਤਾ, ਇਹਦਾ ਮਤਲਬ ਮੇਰੀ ਜਿਹੜਾ ਆ ਸਮਝ ਤੋਂ ਬਾਹਰ ਹੈ, ਮੈਂ ਇਸ ਨੂੰ ਨਹੀਂ ਸਮਝ ਸਕਦਾ। ਉਸੇ ਤਰ੍ਹਾਂ ਗੁਰਬਾਣੀ ਉਹਨਾਂ ਲੋਕਾਂ ਤੋਂ ਦੂਰ ਹੁੰਦੀ ਆ ਜਿਹੜੇ ਇਸ ਦੇ ਉੱਤੇ ਜਿਹੜਾ ਆ ਕਿੰਤੂ ਪਰੰਤੂ ਕਰਦੇ ਆ। ਮੈਂ ਤਾਂ ਇਹੀ ਗੱਲ ਕਹਾਂਗਾ। ਤੇ ਫਿਰ ਗੁਰਬਾਣੀ ਦੇ ਵਿੱਚ ਜਿਹੜਾ ਪਾਵਨ ਪਵਿੱਤਰ ਫੁਰਮਾਨ ਲਿਖਿਆ ਹੋਇਆ ਆ, ਪੜ ਅੱਖਰ ਇਹੋ ਬੁੱਝੀਐ, ਮੂਰਖਾਂ ਨਾਲ ਨਾ ਲੁੱਝੀਐ। ਇਹੋ ਜਿਹੇ ਮੂਰਖ ਲੋਕਾਂ ਦੇ ਨਾਲ ਸਾਨੂੰ ਕਦੀ ਵੀ ਜਿਹੜਾ ਆ ਉਹ ਵਿਚਾਰ ਵਟਾਂਦਰਾ ਨਹੀਂ ਕਰਨਾ ਚਾਹੀਦਾ, ਜਿਹੜਾ ਗੁਰਬਾਣੀ ਤੇ ਕਿੰਤੂ ਪਰੰਤੂ ਕਰਦੇ ਨੇ ਤੇ ਗੁਰਬਾਣੀ ਦੇ ਨੂੰ ਜਿਹੜਾ ਆ ਉਹਦੇ ਸਿਧਾਂਤ ਨੂੰ, ਉਹਦੇ ਜਿਹੜਾ ਆ ਹੁਕਮ ਨੂੰ ਮੰਨਣ ਲਈ ਜਿਹੜਾ ਆ ਉਹ ਤਿਆਰ ਨਹੀਂ ਨੇ ਜੀ। ਸੋ ਰੋਹਿਤ ਜੀ, ਗੱਲਾਂ ਬਾਤਾਂ ਕਰਦੇ ਹੋਏ ਉਹ ਪਰਮਾਤਮਾ ਦੀ ਉਹ ਸਿਫਤ ਸਲਾਹ ਕਰਦੇ ਹੋਏ ਸਮਾਂ ਪਤਾ ਹੀ ਨਹੀਂ ਲੱਗਿਆ ਤੇ ਝਾਤੀਆਂ ਮਾਰ ਰਿਹਾ, ਤੇ ਵੇਲਾ ਵੀ ਜਿਹੜਾ ਅੰਤਰਾਲ ਦਾ ਹੋ ਰਿਹਾ ਆ। ਤੇ ਅਸੀਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਅਸੀਂ ਮਿਲਾਂਗੇ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।